ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਦੀ ਤੇ ਮੈਂ ਤੁਹਾਡੇ ਨਾਲ ਤੁਹਾਡਾ ਦੋਸਤ ਕੀਤਾ ਬਰਾੜ ਬਾਰੇ ਵਾਲਾ। ਦੋਸਤੋ, ਜਿਵੇਂ ਤੁਹਾਨੂੰ ਅਸੀਂ ਆਪਣੇ ਚੈਨਲ ਰਾਹੀਂ ਵੱਖ-ਵੱਖ ਮਹਾਨ ਸ਼ਖਸੀਅਤਾਂ ਨਾਲ ਮਿਲਾਉਂਦੇ ਹਾਂ, ਸਾਹਿਤਕਾਰਾਂ ਨਾਲ ਮਿਲਾਉਂਦੇ ਹਾਂ, ਚਾਹੇ ਗਾਇਕਾਂ ਨਾਲ ਮਿਲਾਉਂਦੇ ਹਾਂ, ਗੀਤਕਾਰਾਂ ਨਾਲ ਮਿਲਾਉਂਦੇ ਹਾਂ। ਉਸ ਲੜੀ ਤਹਿਤ ਹੀ ਅੱਜ ਅਸੀਂ ਪਹੁੰਚੇ ਹੋਏ ਹਾਂ ਮੋਗਾ ਦੇ ਵਿੱਚ, ਜਿੱਥੇ ਕਿ ਇੱਕ ਮਹਾਨ ਸਾਹਿਤਕਾਰ ਜੋ ਕਿ ਆਪਣੀ ਕਲਾ ਦੇ ਨਾਲ ਬਹੁਤ ਹੀ ਉੱਪਰ ਜਾ ਚੁੱਕੇ ਆ, ਉਹਨਾਂ ਨਾਲ ਤੁਹਾਨੂੰ ਅੱਜ ਮਿਲਾਵਾਂਗੇ। ਸਾਡੇ ਨਾਲ ਨੇ ਸਰ ਡਿਪਟੀ ਇਨਕਮਿਕ ਐਡਵਾਈਜ਼ਰ ਪਲੈਨਿੰਗ ਬੋਰਡ ਤੇ ਨਾਲ ਉੱਘੇ ਸਾਹਿਤਕਾਰ ਅਸ਼ੋਕ ਚਟਾਨੀ ਜੀ। ਆਓ ਦੋਸਤੋ, ਤੁਹਾਨੂੰ ਉਹਨਾਂ ਨਾਲ ਮਿਲਾਉਣ ਜਾ ਰਹੇ ਹਾਂ। ਸਰ ਜੀ, ਸਵਾਗਤ ਹੈ ਨਿਊਜ਼ ਪੰਜਾਬ ਦੇ ਚੈਨਲ ਤੇ। ਨਿਊਜ਼ ਪੰਜਾਬ ਦੀ ਚੈਨਲ ਤੁਸੀਂ ਮੇਰੇ ਗਰੀਬ ਖਾਨੇ ਵਿਖੇ ਆਏ, ਕੀਤਾ ਬਰਾੜ ਜੀ ਬਾਰੇ ਵਾਲਾ, ਤੇ ਤੁਸੀਂ ਮੇਰੀ ਪਛਾਣ ਕੀਤੀ ਹੈ, ਭਾਵੇਂ ਮੈਂ ਇੰਨਾ ਯੋਗ ਨਹੀਂ ਹੈ। ਵੀ ਤੁਹਾਡਾ ਜਨਮ ਕਦੋਂ ਤੇ ਕਿੱਥੇ ਹੋਇਆ? ਤੇ ਜਨਮ ਬਾਰੇ ਤੁਸੀਂ ਪੁੱਛਿਆ ਪਹਿਲਾਂ। ਹਾਂ, ਮੈਂ ਬਾਘੇ ਪੁਰਾਣਾ ਡਿਸਟ੍ਰਿਕਟ ਮੋਗਾ ਨਾਲ ਹੀ ਹੈ, ਜਿਹੜਾ 18 ਕਿਲੋਮੀਟਰ, ਤੇ ਉੱਥੇ ਮੇਰਾ ਜਨਮ ਹੋਇਆ। ਇਹ 15/9/1955, ਜਿਹੜੀ ਕਹਿਣ ਦਾ ਭਾਵ ਮੈਂ 66 ਸਾਲ ਪੂਰੇ ਕਰਨ ਵਾਲਾ ਹਾਂ ਬਾਘੇ ਪੁਰਾਣੇ ਦੇ ਵਿੱਚ। ਸਰ ਜੀ, ਜਿਵੇਂ ਤੁਸੀਂ ਦੱਸਿਆ ਵੀ ਤੁਹਾਡਾ ਜਨਮ ਬਾਘੇ ਪੁਰਾਣੇ ਦੇ ਵਿੱਚ ਹੋਇਆ, ਸਾਨੂੰ ਇਹ ਦੱਸੋ ਵੀ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਨੇ? ਪਰਿਵਾਰ ਦੇ ਵਿੱਚ ਦੇਖੋ, ਇਸ ਵੇਲੇ ਮਿਸਿਸ ਹੋ ਗਏ ਮੇਰੇ, ਔਰ ਇੱਕ ਲੜਕਾ ਮੇਰਾ ਕਪਿਲ, ਤੇ ਇਹ ਮੈਰਿਡ ਹੈ। ਮੇਰੀ ਨੂੰਹ ਹੈ, ਅੱਜ ਉਹ ਬਾਹਰ ਗਏ ਹੋਏ ਹੈ ਕਿਸੇ ਮੈਰਿਜ ਤੇ, ਰਜਨੀ ਬਾਲਾ। ਤੇ ਕਪਿਲ ਚਟਾਨੀ ਇਹ ਮੇਰਾ ਲੜਕਾ ਹੈ, ਔਰ ਇੱਕ ਮੇਰਾ ਗ੍ਰੈਂਡਸਨ ਹੈ, ਪੋਤਰਾ ਸੰਚਿਤ ਚਟਾਨੀ। ਉਹ ਹੈਗਾ ਲਗਭਗ 8 ਸਾਲ, 7.5-8 ਸਾਲ ਦਾ, ਤੇ ਉਹ ਛੋਟੀ ਫੈਮਿਲੀ ਹੈ। ਸਰ ਜੀ, ਜਿਵੇਂ ਤੁਸੀਂ ਸਾਨੂੰ ਆਪਣੀ ਫੈਮਿਲੀ ਬਾਰੇ ਦੱਸਿਆ, ਹੁਣ ਮੈਂ ਗੱਲ ਕਰਾਂ, ਸਰ ਜੀ ਤੁਹਾਡੀ ਕਿੰਨੀ ਪੜ੍ਹਾਈ ਕੀਤੀ ਹੋਈ ਹੈ ਤੇ ਬਤੌਰ ਤੁਸੀਂ ਕਿਹੜੇ ਅਹੁਦੇ ਤੋਂ ਰਿਟਾਇਰ ਹੋਏ? ਹਾਂ, ਮੈਂ MA ਇਕਨੋਮਿਕਸ ਹੈ, ਨਾਲ MCOM ਹੈ, ਕਾਮਰਸ, ਯਾਨੀ ਦੋਨੇ ਵਿਸ਼ੇ ਆ ਜਿਹੜੇ ਇਕਨੋਮਿਕਸ ਨਾਲ ਸੰਬੰਧਿਤ ਹੈ, ਇਕਨੋਮਿਕਸ ਕਾਮਰਸ। ਤੇ ਮੈਂ ਆਇਆ ਜਦੋਂ ਜੌਬ ਦੇ ਵਿੱਚ, ਉਦੋਂ ਮੈਂ ਗ੍ਰੈਜੂਏਟ ਸੀ, ਤੇ ਮੈਂ ਸਰਵਿਸ ਦੌਰਾਨ ਹੀ ਇੰਨੀ ਹਾਇਰ ਸਟੱਡੀ ਕੀਤੀ ਹੈ, ਕੋਰਸਪੋਂਡੈਂਸ MA ਇਕਨੋਮਿਕਸ ਉਹ ਮੈਂ ਕੀਤੀ ਜੈਪੁਰ, ਔਰ MCOM ਮੈਂ ਸ਼ਿਮਲੇ 'ਚ ਕੀਤੀ, HP ਯੂਨੀਵਰਸਿਟੀ। ਤੇ ਇਹ ਮੇਰੀ ਪੜ੍ਹਾਈ ਹੈਗੀ ਹੈ। ਤੇ ਮੈਂ 1976 ਦੇ ਵਿੱਚ ਪਲੈਨਿੰਗ ਡਿਪਾਰਟਮੈਂਟ 'ਚ ਫੀਲਡ ਅਸਿਸਟੈਂਟ ਸਿਲੈਕਟ ਹੋਇਆ, ਸਬਆਰਡੀਨੇਟ ਸਰਵਿਸ SS ਬੋਰਡ ਵੱਲੋਂ। ਤੇ 76 ਦੇ ਵਿੱਚ ਮੈਂ ਜਦੋਂ ਫੀਲਡ ਅਸਿਸਟੈਂਟ ਸਿਲੈਕਟ ਹੋਇਆ, ਤੇ ਬਾਘੇ ਪੁਰਾਣੀ ਮੇਰੀ ਪੋਸਟਿੰਗ ਸੀ। ਉਹ ਜਿਹੜਾ ਜੌਬ ਸੀ, ਉਹ ਬਲਾਕ ਲੈਵਲ ਦੀ ਜੌਬ ਸੀ, ਕਿ ਨਵੀਆਂ ਪੋਸਟਾਂ ਆਈਆਂ ਸੀ ਡਿਪਾਰਟਮੈਂਟ ਦੇ, ਪਹਿਲਾਂ ਘੱਟ ਪੋਸਟਾਂ ਸੀ, ਤੇ ਫਿਰ ਉਹਦੇ 'ਚ ਮੈਂ ਮੈਰਿਟ ਦੇ ਵਿੱਚ, ਚੰਗੀ ਮੈਰਿਟ 'ਤੇ ਮੇਰੀ ਪਹਿਲਿਆਂ ਦੇ ਵਿੱਚ ਹੀ ਸਿਲੈਕਸ਼ਨ ਹੋਈ ਸੀ। ਮੈਨੂੰ ਯਾਦ ਆ, ਉਹ 60 ਦਾ ਬੈਚ ਸੀ, ਤੇ ਮੇਰਾ 8ਵਾਂ-9ਵਾਂ ਨੰਬਰ ਸੀ ਸੀਨੀਅਰਟੀ 'ਚ। ਤੇ ਫੀਲਡ ਅਸਿਸਟੈਂਟ ਮੈਂ ਰਿਹਾ 1976 ਤੋਂ ਲੈ ਕੇ ਬਾਅਦ 'ਚ ਮੈਂ 80 ਦੇ ਵਿੱਚ ਮੈਂ ਫੀਲਡ ਅਸਿਸਟੈਂਟ ਗ੍ਰੇਡ 1 ਬਣ ਗਿਆ। ਪੋਸਟ ਹੋਈ ਸੀ, ਪਰ ਸੀਨੀਅਰਟੀ ਆ ਗਈ, ਗ੍ਰੇਡ ਚੇਂਜ ਹੋ ਗਿਆ ਸੀ। ਤੇ ਰਾਮਪੁਰੇ ਪਹਿਲਾਂ ਮੇਰੀ, ਮੈਂ ਦੱਸਣਾ ਕਿਉਂਕਿ ਇਹੀ ਬਹੁਤ ਵੱਡਾ ਜਿਹੜਾ ਨਾ ਜਵਾਬ ਹੁੰਦਾ ਹੈ। ਮੈਂ ਇਹ ਸਮਝਦਾ, ਜਦੋਂ ਕਿਸੇ ਦੀ ਪਰਸਨੈਲਿਟੀ ਤੁਸੀਂ ਵਾਚਣੀ ਹੈ ਨਾ, ਚੈੱਕ ਕਰਨੀ ਹੈ, ਉਹਦੀ ਸਟੱਡੀ ਤੇ ਉਹਦਾ ਜੌਬ ਕੀ ਹੈ। ਹਾਂ, ਤੇ ਮੈਂ ਜਦੋਂ ਫਿਰ ਮੇਰੀ ਟਰਾਂਸਫਰ ਹੋ ਗਈ, 80 'ਚ ਟਰਾਂਸਫਰ ਹੋ ਗਈ ਮੇਰੀ ਰਾਮਪੁਰੇ ਫੂਲ ਓਨਲੀ ਫੂਲ ਬਲਾਕ, ਤੇ ਉੱਥੇ ਮੇਰੀ ਪ੍ਰਮੋਸ਼ਨ ਵੀ ਹੋ ਗਈ 80 'ਚ ਫੀਲਡ ਗ੍ਰੇਡ 1। ਫਿਰ ਉਸ ਤੋਂ ਬਾਅਦ ਫਿਰ ਮੇਰੀ ਬਾਘੇ ਪੁਰਾਣੇ ਹੋ ਗਈ ਟਰਾਂਸਫਰ। ਮੈਂ ਆਪ ਕਰਾਈ ਸੀ, ਕਿਉਂਕਿ ਮੇਰੀ ਕਿਸੇ ਨੇ ਟਰਾਂਸਫਰ ਕਰਾਈ ਸੀ, ਉਹਦਾ ਇੰਟਰਸਟ ਸੀ। ਤੇ ਫਿਰ ਮੈਂ ਅਪਲਾਈ ਕੀਤਾ, ਤੇ ਬਾਘੇ ਪੁਰਾਣੇ ਫੇਰ ਆ ਗਿਆ ਮੈਂ। ਇਹ ਗੱਲ ਹੈਗੀ ਹੈ 84 ਦੀ, 4 ਸਾਲ ਬਾਅਦ 84 'ਚ ਆ ਗਿਆ। ਤੇ ਉਹ ਉਸ ਤੋਂ ਬਾਅਦ ਬਹੁਤ ਲੰਬਾ ਸਫ਼ਰ ਹੈ ਮੇਰਾ। ਕੋਟਕਪੂਰੇ ਹੋ ਗਈ ਟਰਾਂਸਫਰ, ਕਿਸੇ ਦਾ ਇੰਟਰਸਟ ਸੀ ਬਾਘੇ ਪੁਰਾਣੇ। ਤੇ ਮੈਂ ਇਹ ਸੀ ਆਦਤ ਮੇਰੀ ਨਾ, ਵੈਸੇ ਹੀ ਸ਼ੌਂਕ ਸੀ ਮੈਨੂੰ ਘੁੰਮਣ ਫਿਰਨ ਦਾ। ਤੇ ਮੈਂ ਨਾ ਇਹਨੂੰ, ਉਦੋਂ ਮੈਂ ਅਨਮੈਰਿਡ ਸੀ, ਤੇ ਮੈਨੂੰ ਇਹ ਸੀ ਚਲੋ ਠੀਕ ਹੈ, ਘੁੰਮਾਂਗੇ ਫਿਰਾਂਗੇ ਕੁਛ।
ਮੇਰਾ ਲੇਖ ਸਾਹਿਤ ਵੱਲ ਸੀ ਧਿਆਨ। ਫਿਰ ਉਸ ਤੋਂ ਬਾਅਦ ਮੇਰੀ ਨਾ ਕੋਟਕਪੂਰੇ ਬਲਾਕ 'ਚ ਹੋ ਗਈ। ਇਹ ਗੱਲ ਹੈਗੀ 87 ਦੀ। ਕੋਟਕਪੂਰੇ ਮੈਂ ਰਿਹਾ 9 ਸਾਲ। ਮੇਰੀ ਵੱਡਾ ਜਿਹੜਾ ਟਨਿਓਰ ਹੈ ਮੇਰੀ ਉਹ ਕੋਟਕਪੂਰੇ ਦੀ ਐਜ਼ ਫੀਲਡ ਅਸਿਸਟੈਂਟ। ਤੇ ਉਸ ਤੋਂ ਬਾਅਦ ਫਿਰ ਵੀ ਉੱਥੇ ਹੀ ਪ੍ਰਮੋਸ਼ਨ ਹੋਈ ਪਲੈਨਿੰਗ ਅਸਿਸਟੈਂਟ। ਤੇ ਪਲੈਨਿੰਗ ਅਸਿਸਟੈਂਟ ਤੋਂ ਬਾਅਦ ਫਿਰ ਮੇਰੀ ਪ੍ਰਮੋਸ਼ਨ ਆਉਂਦੀ ਹੈ ਅਸਿਸਟੈਂਟ ਰਿਸਰਚ ਅਫੀਸਰ। ਮੇਰੀ ਮੋਗਾ ਡਿਸਟ੍ਰਿਕਟ ਨਵਾਂ ਬਣਿਆ ਤੇ ਮੈਨੂੰ ਡੈਪੂਟੇਸ਼ਨ ਤੇ ਆ ਗਿਆ, ਇੱਥੇ ਭੇਜਤਾ। ਮੇਰਾ ਇੰਟਰਸਟ ਸੀ ਤੇ ਉਹਦੀ ਪ੍ਰਮੋਸ਼ਨ ਹੋਈ ਸੀ 95 'ਚ। ਤੇ 3 'ਚ ਮੇਰੀ ARO ਦੀ ਅਸਿਸਟੈਂਟ ਰਿਸਰਚ ਅਫੀਸਰ ਦੀ ਹੋ ਗਈ, ਚੌਥੀ ਪ੍ਰਮੋਸ਼ਨ। ਫਿਰ ਫਿਰੋਜ਼ਪੁਰ ਮੈਂ ਚਲਾ ਗਿਆ, ਉੱਥੇ ਮੇਰੀ ਟ੍ਰਾਂਸਫਰ ਹੋ ਗਈ। ਫਿਰ ਮੈਂ ਰਿਸਰਚ ਅਫੀਸਰ ਬਣਿਆ। ਫਿਰ ਮੈਂ ਡਿਪਟੀ ਇਕਨੋਮਿਕ ਐਡਵਾਈਜ਼ਰ ਕਲਾਸ 1, ਡਿਪਟੀ ਡਾਇਰੈਕਟਰ ਦਾ ਗ੍ਰੇਡ ਹੁੰਦਾ। ਤੇ ਉੱਥੇ ਡਿਪਟੀ ਡਾਇਰੈਕਟਰ ਕਹਿੰਦੇ ਚੰਡੀਗੜ੍ਹ, ਤੇ ਇੱਥੇ ਸਾਨੂੰ ਡਿਪਟੀ ਇਕਨੋਮਿਕ ਐਡਵਾਈਜ਼ਰ ਕਹਿੰਦੇ, ਡਿਸਟ੍ਰਿਕਟ ਦਾ ਹੈਡ। ਇਹ ਕਲਾਸ 1। ਇਹ ਮੇਰਾ ਸਰਵਿਸ ਬਾਰੇ ਸਰ ਜੀ ਤੁਸੀਂ ਆਪਣੀ ਪੋਸਟ ਬਾਰੇ ਸਾਨੂੰ ਵਿਸਤਾਰਪੂਰਵਕ ਦੱਸਿਆ, ਪਰ ਜੋ ਇਹ ਲਿਖਣੀ ਆ ਸਾਹਿਤਕਾਰ ਵੱਲ ਕਿਵੇਂ ਹੈ? ਹਾਂ, ਤੁਸੀਂ ਹੈਰਾਨ ਹੋਵੋਗੇ, ਮੈਂ 8ਵੀਂ ਦੇ ਵਿੱਚ ਜਦੋਂ ਮੈਂ ਗੌਰਮੈਂਟ ਹਾਈ ਸਕੂਲ ਸੀ, ਉਦੋਂ ਸੀਨੀਅਰ ਸੈਕੰਡਰੀ ਬਾਅਦ 'ਚ ਬਣਦਾ, ਤੇ 8ਵੀਂ ਦੇ ਵਿੱਚ ਮੈਂ ਨਾ ਇੱਕ ਬਾਲ ਜਿਹੜੀ ਕਵਿਤਾ ਲਿਖੀ ਸੀ, ਉਹ ਮੈਨੂੰ ਯਾਦ ਵੀ ਹੈ। ਪਿਆਰੇ ਬੱਚੋ ਸੁਬਾਹ ਉੱਠੋ, ਇੰਨੀ ਕੀ ਯਾਦ ਆਏ, ਸੁਬਾਹ ਉੱਠੋ ਜਾਗੋ ਨਹਾਓ। ਉਹ ਜਿਵੇਂ ਕਿ ਬਚਪਨ ਜਿਹਾ ਸੀ ਉਦੋਂ, ਤੇ ਜੋੜ ਜੁਮਾ ਜਿਹਾ ਹੀ ਸੀ ਉਦੋਂ ਹੁੰਦਾ। ਤੇ ਉਹ ਕੀ ਸੀਗਾ, ਮੈਨੂੰ ਇੰਟਰਸਟ ਇਹ ਸੀ, ਸਾਡੇ ਗਿਆਨੀ ਜੀ ਸੀ ਬਲਦੇਵ ਸਿੰਘ ਜੀ, ਤੇ ਇੱਕ ਸੀ ਗਿਆਨੀ ਪ੍ਰੀਤਮ ਸਿੰਘ ਜੀ, ਪੰਜਾਬੀ ਦੇ ਮਾਸਟਰ ਹੁੰਦੇ ਨਾ, ਉਹ ਮਾਹਰ ਹੁੰਦੇ ਆ ਸਾਹਿਤ ਦੇ ਵਿੱਚ। ਤੇ ਉਹ ਜਦੋਂ ਅੱਛਾ, ਇੱਕ ਹੋਰ ਗੱਲ ਹੈ ਕਿ ਸਾਡੇ ਜਿਹੜੇ ਸਕੂਲ ਦੇ ਵਿੱਚ ਆਉਂਦੇ ਸੀਗੇ ਕਿੱਸੇ ਸੁਣਾਉਣ ਵਾਲੇ, ਕਿੱਸਾਕਾਰ। ਤੇ ਸਾਡਾ ਘਰ ਸੀ ਜਿਹੜਾ ਬਾਘੇ ਪੁਰਾਣੇ, ਉਹਦੇ ਪਿੱਛੇ ਗੁਰਦੁਆਰਾ ਸਾਹਿਬ ਸੀ ਪਿਛਲੀ ਗਲੀ ਦੇ ਵਿੱਚ, ਤੇ ਉਹ ਦੀਵਾਨ ਲੱਗਦੇ ਸੀ ਉੱਥੇ। ਨਾਭੇ ਵਾਲੀਆਂ ਬੀਬੀਆਂ ਤੇ ਹੋਰ ਕਵਿਸ਼ਰ, ਉਹਨਾਂ ਤੋਂ ਮੈਂ ਨਾ ਬਹੁਤ ਪ੍ਰਭਾਵਿਤ ਹੋਇਆ। ਤੇ ਇਸ ਤਰ੍ਹਾਂ ਮੇਰਾ ਦੌਰ ਜਿਹੜਾ ਨਾ ਮੇਰਾ ਇਹ, ਫਿਰ ਉਦੋਂ ਮੈਗਜ਼ੀਨ ਆਪਣੇ ਕਾਲਜ ਦੇ ਵਿੱਚ, DM ਕਾਲਜ ਦੇ ਵਿੱਚ ਵੀ ਮੈਂ ਲਿਖਦਾ ਰਿਹਾ ਜਦੋਂ ਗ੍ਰੈਜੂਏਸ਼ਨ ਕੀਤੀ ਹੈ। ਤੇ ਉੱਥੇ ਬੜਾ ਸ਼ੌਕ ਸੀਗਾ, ਪਰ ਲੇਕਿਨ ਉਹ ਮੇਰੇ ਨਾ ਦੱਬਿਆ ਹੀ ਰਿਹਾ ਪ੍ਰੋਗਰਾਮ, ਜਿਹੜਾ ਹੁੰਦਾ ਹੀ ਹੈ ਕੁਦਰਤੀ ਗੱਲ, ਪੜ੍ਹਾਈ ਵੱਲ ਜ਼ਿਆਦਾ ਧਿਆਨ ਸੀ। ਤੇ ਫਿਰ ਮੈਨੂੰ ਹਾਣੀ ਮੈਗਜ਼ੀਨ ਸੀ ਹੁੰਦਾ ਉਹਨਾਂ ਦਿਨਾਂ 'ਚ, ਬਹੁਤ ਪੁਰਾਣੀ ਗੱਲ ਆ, ਉਦੋਂ ਮੈਗਜ਼ੀਨ ਹੀ ਬਹੁਤ ਘੱਟ ਹੁੰਦੇ ਸੀ। ਇੱਕ ਦ੍ਰਿਸ਼ਟੀ ਹੁੰਦਾ ਸੀ, ਪ੍ਰੀਤ ਲੜੀ ਗੁਰਬਖਸ਼ ਸਿੰਘ ਦਾ। ਹਾਣੀ ਮੈਗਜ਼ੀਨ 'ਚ ਮੇਰੀ ਪਹਿਲੀ ਜਿਹੜੀ ਨਾ ਵਿਅੰਗ ਛਪਿਆ ਮੇਰਾ ਹਾਣੀ ਦੇ ਵਿੱਚ, ਹਨੀਮੂਨ। ਉਹ ਮਤਲਬ ਹਨੀਮੂਨ ਉਹਨਾਂ ਦਿਨਾਂ ਵਿੱਚ ਨਾ ਬੜੀ ਡਿਵੈਲਪ ਹੋਇਆ ਸੀ, ਨਵਾਂ ਹੀ ਕਰੇਜ਼ ਜੀ ਸੀ ਉਹ। ਮੈਂ ਨਾ ਉਹਨਾਂ ਨੂੰ, ਹਾਲਾਂਕਿ ਫਿਰ ਮੈਨੂੰ ਹੈਰਾਨੀ ਦੀ ਗੱਲ ਹੈ, ਕਿਸੇ ਨੇ ਮੈਨੂੰ ਜਵਾਬ 'ਚ ਕਿਹਾ ਲੈ ਵੀ ਤੁਸੀਂ ਜਿਹੜੇ ਮੈਨੂੰ ਜਾਣਦੇ ਸੀ, ਕਹਿੰਦੇ ਤੁਸੀਂ ਮੈਰਿਡ ਤਾਂ ਹੈ ਨਹੀਂ, ਤੇ ਹਨੀਮੂਨ ਕਿਸ ਤਰ੍ਹਾਂ? ਮੈਂ ਕਿਹਾ ਜੇਕਰ ਮੈਂ ਦੇਖਦਾ, ਮੈਂ ਵਿਚਰ ਰਿਹਾ ਲੋਕਾਂ 'ਚ। ਜਿਹੜੀ ਕਹਿਣ ਦਾ ਮਤਲਬ ਇਹ ਹੈ ਕਿ ਮੇਰੀ ਨਾ ਸ਼ੁਰੂ ਤੋਂ ਹੀ ਪਕੜ ਸੀਗੀ ਇਹਨਾਂ ਗੱਲਾਂ ਦੇ ਉੱਤੇ। ਤੇ ਹਾਣੀ ਦੇ ਫਿਰ ਮੈਨੂੰ ਦ੍ਰਿਸ਼ਟੀ ਦੇ ਵਿੱਚ ਜਿਹੜੇ ਪੱਤਰ ਲਿਖਦਾ ਰਿਹਾ ਮੈਂ, ਦ੍ਰਿਸ਼ਟੀ ਦੇ ਵਿੱਚ ਜਿਹੜੀਆਂ ਰਚਨਾਵਾਂ ਦੇ ਰਿਸਪੌਂਸ ਦਿੰਦਾ ਰਿਹਾ ਮੈਂ, ਰਿਵਿਊ। ਤੇ ਇੱਥੋਂ ਤੱਕ ਕਿ ਮੈਂ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਵੀ, ਉਦੋਂ ਮੈਂ ਸੀ ਹਾਂ ਸਰਵਿਸ 'ਚ ਆ ਗਿਆ ਸੀ, ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਵੀ ਮੈਂ ਲਿਖਦਾ ਰਿਹਾ ਲੈਟਰਸ ਟੂ ਦਾ ਐਡੀਟਰ। ਜਿਵੇਂ ਸਰ ਜੀ ਤੁਸੀਂ ਦੱਸਿਆ ਵੀ ਤੁਹਾਡੀਆਂ ਕਈ ਅਦਾਰਿਆਂ ਦੇ ਵਿੱਚ ਕਿਤਾਬਾਂ ਛਪ ਚੁੱਕੀਆਂ, ਕਈ ਯਾਨੀ ਤੁਹਾਡੀਆਂ ਕਵਿਤਾਵਾਂ ਵੀ ਕਈ ਅਦਾਰਿਆਂ 'ਚ ਛਪ ਚੁੱਕੀਆਂ, ਵੱਡੇ ਵੱਡੇ ਅਦਾਰਿਆਂ ਦੇ ਵਿੱਚ। ਮੈਂ ਤੁਹਾਨੂੰ ਚਟਾਨੀ ਸਾਹਿਬ ਸਵਾਲ ਪੁੱਛਾਂ ਵੀ ਪਹਿਲੀ ਕਿਤਾਬ ਜਿਹੜੀ ਤੁਸੀਂ ਲਿਖੀ, ਜਿਹੜੀ ਤੁਹਾਡੇ ਵੀ ਦਿਲ ਦੇ ਨੇੜੇ ਹੋਵੇ, ਤੇ ਉਹਦੇ ਬਾਰੇ ਦੱਸੋ। ਤੇ ਨਾਲ ਹੀ ਮੇਰਾ ਸਵਾਲ ਆ ਵੀ ਹੁਣ ਤੱਕ ਤੁਹਾਡੀਆਂ ਕਿੰਨੀਆਂ ਕਿਤਾਬਾਂ ਆ ਚੁੱਕੀਆਂ? ਹਾਂ, ਇਹੀ ਬਹੁਤ ਹੀ ਰੈਲੇਵੈਂਟ ਕੁਐਸਚਨ ਕਹਿੰਦੇ ਇਹਨੂੰ, ਜਿਹੜਾ ਕਿਸੇ ਦੀ ਪ੍ਰੋਗਰੈਸ ਬਾਰੇ ਹੋਵੇ। ਤੇ ਪਹਿਲੀ ਕਿਤਾਬ ਮੇਰੀ ਆਈ ਜੰਗ ਵਿਚਾਰਾਂ ਦੀ। ਜੰਗ ਵਿਚਾਰਾਂ ਦੀ ਇਹਦੇ ਵਿੱਚ ਬੜੀ ਇੰਟਰਸਟਿੰਗ ਗੱਲ ਦੱਸਦਾ। ਇੱਥੇ ਮੈਂ ਪ੍ਰਧਾਨ ਬਣ ਗਿਆ ਲਿਖਾਰੀ ਸਭਾ ਦਾ, ਮੋਗੇ ਜਦੋਂ ਆਇਆ ਮੈਂ। ਮੋਗੇ ਦੇ ਵਿੱਚ ਮੈਨੂੰ 2-3 ਸਾਲ ਬਾਅਦ ਲਿਖਾਰੀ ਸਭਾ ਦਾ ਪ੍ਰਧਾਨ, ਪਹਿਲਾਂ ਸੈਕਟਰੀ ਬਣਾਤਾ, ਫਿਰ ਲਿਖਾਰੀ ਸਭਾ ਦਾ ਪ੍ਰਧਾਨ ਬਣਾਤਾ। ਫਿਰ ਉੱਥੇ ਕਹਿੰਦੇ ਇਹਨਾਂ ਨੇ ਲਿਖਿਆ ਤਾਂ ਹੈ ਨਹੀਂ, ਊਂ ਲਿਖਦੇ ਹੈ, ਕਿਤਾਬ ਨਹੀਂ ਇਹਨਾਂ ਦੀ ਆਈ। ਤੇ ਉਧਰ ਚੋਣ ਹੋਣੀ ਸੀਗੀ ਸਾਡੀ ਹਫਤੇ ਨੂੰ। ਮੈਨੂੰ ਪਤਾ ਲੱਗ ਗਿਆ ਲੈ ਵੀ ਇਹ ਮੇਰੇ ਤੇ ਜਿਹੜੇ ਜੈਲਸ ਆ ਨਾ, ਇਹ ਪੁਆਇੰਟ ਬਣਾਉਣਗੇ ਲਈ ਘੱਟੋ ਘੱਟ ਇੱਕ ਕਿਤਾਬ ਲਿਖੀ ਹੋਈ। ਤੁਹਾਨੂੰ ਹੈਰਾਨ ਹੋ ਗਏ, ਮੈਂ 4 ਦਿਨ ਦੇ ਵਿੱਚ ਜੰਗ ਵਿਚਾਰਾਂ ਦੀ ਕਿਤਾਬ ਲਿਆਂਦੀ, ਖੁਦ ਪ੍ਰੈਸ ਦੇ ਵਿੱਚ ਬੈਠ ਕੇ ਦਿਨ ਰਾਤ
ਡਰਾਫਟ ਪੜ੍ਹਤਾ, ਆਪ ਹੀ ਮੈਂ ਇੰਪਰੂਵ ਕੀਤਾ, ਆਪ ਕਰੈਕਸ਼ਨਾਂ ਕੀਤੀਆਂ। ਤੇ ਉਹ ਵੀ ਹੈਰਾਨ ਹੋ ਗਿਆ ਪਬਲਿਸ਼ਰ, ਕਹਿੰਦਾ ਤੁਹਾਨੂੰ ਇੰਨੀ ਕੀ ਕਾਹਲੀ ਹੈ? ਮੈਂ ਕਿਹਾ ਬਾਅਦ 'ਚ ਦੱਸੂਗਾ। ਉਸ ਕਿਤਾਬ ਨੇ ਉਹਨੂੰ ਫਿਰ ਪ੍ਰਧਾਨ ਬਣਾਤਾ। ਜਦੋਂ ਕਹਿੰਦੇ ਹਾਂਜੀ ਮੈਂ ਕਿਤਾਬ ਰਿਲੀਜ਼ ਕਰਾਈ ਇਲੈਕਸ਼ਨ ਤੋਂ ਬਿਨਾਂ, ਉਹ ਮੇਰਾ ਕੰਡੀਸ਼ਨ ਪੂਰੀ ਹੋ ਗਈ। ਜਿਹੜੀ ਦਿਲਚਸਪ ਗੱਲ ਆ ਇਹ ਗੱਲ 2012 ਦੀ ਹੈ, ਜੰਗ ਵਿਚਾਰਾਂ ਦੀ। ਉਹ ਗਜ਼ਲ ਤੇ ਪੋਇਟਰੀ ਸੰਗ੍ਰਹਿ ਸੀ। ਉਸ ਤੋਂ ਬਾਅਦ ਫਿਰ ਮੈਂ ਉਦੋਂ ਸਰਵਿਸ ਸੀਗਾ। ਫਿਰ 12 ਤੋਂ ਬਾਅਦ ਨਾ ਮੈਂ ਕਿਹਾ ਵੀ ਇੱਕ ਮੈਂ ਸਰਵਿਸ ਦੇ ਦੌਰਾਨ ਇੱਕ ਕਿਤਾਬ ਜ਼ਰੂਰ ਘਟਾਉਣੀ ਆ ਹੋਰ, ਵੀ ਤਾਂ ਕਿ ਇਹ ਨਾ ਕਹਿਣ ਵੀ ਸਰਵਿਸ ਦੇ ਵਿੱਚ ਇੱਕ ਹੀ ਕਿਤਾਬ ਹੈ। ਮੈਂ ਉਹਨੂੰ ਟਾਰਗੇਟ ਬਣਾ ਲਿਆ। ਫਿਰ ਮੈਂ 15 ਦੇ ਵਿੱਚ ਸਭ ਕੁਛ ਬੇਤਰਤੀਬ, ਕਿਤਾਬਾਂ ਬਾਰੇ ਤੁਹਾਨੂੰ ਬਾਅਦ ਦੱਸੂਗਾ, ਅੱਡ ਪਈਆਂ ਸਭ ਕੁਛ ਬੇਤਰਤੀਬ। ਉਹ ਵੀ ਗਜ਼ਲ ਤੇ ਕਾਵ ਤੇ ਨਜ਼ਮ ਸੰਗ੍ਰਹਿ ਸੀਗਾ 15 'ਚ, ਜਿਹੜੀ ਸਰਵਿਸ ਦੇ ਦੌਰਾਨ। ਉਹ ਮੈਂ ਰਿਟਾਇਰਮੈਂਟ ਤੇ ਰਿਲੀਜ਼ ਕਰਾਈ ਧਵਨ ਪੈਲੇਸ ਦੇ ਵਿੱਚ, ਬੜੇ ਵੱਡੇ ਪ੍ਰੋਗਰਾਮ 'ਚ। ਉਹ ਫਿਰ ਮੇਰੇ ਦੋਸਤ ਕਹਿੰਦੇ ਕੋਈ ਤਾਂ ਕੀ ਕਰਦਾ, ਸਿਰਫ ਪਾਰਟੀ ਕਰਦੇ। ਪਰ ਇਹ ਅਸ਼ੋਕ ਚਟਾਨੀ ਨੇ ਇੱਕ ਨਵਾਂ ਜਿਹੜੀ ਗੱਲ ਕੀਤੀ ਹੈ ਕਿ ਕਹਿੰਦੇ ਅਸੀਂ ਅੱਜ ਤੱਕ ਨਹੀਂ ਵੇਖੀ ਕਿ ਰਿਟਾਇਰਮੈਂਟ ਦੀ ਕਿਤਾਬ ਰਿਲੀਜ਼ ਹੁੰਦੀ। ਇਹ ਮੇਰਾ ਇਰਾਦਾ ਸੀ। ਹਾਂ, ਯੈਸ। ਫਿਰ ਉਦੋਂ ਬਾਅਦ 15 ਤੋਂ ਬਾਅਦ 18 'ਚ ਸ਼ੁਰੂ ਕੀਤਾ ਮੈਂ, ਗੈਪ ਪੈ ਗਿਆ ਥੋੜ੍ਹਾ ਜਿਹਾ। ਫਿਰ ਚੱਲ 18 ਦੇ ਵਿੱਚ ਮੈਂ 7-8 ਕਿਤਾਬਾਂ ਲਿਖੀਆਂ ਸਾਲ 18 'ਚ ਹੀ। 19 ਦੇ ਵਿੱਚ ਮੈਂ 12 ਕਿਤਾਬਾਂ ਲਿਖੀਆਂ। ਆਹ ਲਿਸਟ ਹੈ। ਹਾਂ, 19 ਤੇ। ਫਿਰ ਮੈਂ ਕਰੋਨਾ ਦੇ ਦੌਰਾਨ, ਜਿਹੜੀਆਂ ਕਰੋਨਾ ਤੋਂ ਪਹਿਲਾਂ ਮੇਰੀਆਂ 13 ਕਿਤਾਬਾਂ ਸੀ। ਕਰੋਨਾ ਜਿਹੜਾ ਲੱਗਦਾ ਹੈਗਾ ਮਾਰਚ 2020 'ਚ, 2020 ਤੋਂ ਲੈ ਕੇ ਹੁਣ ਤੱਕ ਮੈਂ 29 ਕਿਤਾਬਾਂ ਲਿਖ ਚੁੱਕਾ। ਇਹ ਮੇਰੇ ਖਿਆਲ ਪੰਜਾਬ ਨਹੀਂ ਇੰਡੀਆ ਦੇ ਵਿੱਚ ਹੋਊਗਾ ਇਹ ਮੇਰਾ ਰਿਕਾਰਡ, ਕਿ ਇੱਕ ਸਾਲ ਦੇ ਵਿੱਚ ਮੈਂ 29 ਕਿਤਾਬਾਂ ਲਿਖਤੀਆਂ, ਜਿਨ੍ਹਾਂ ਦੇ ਵਿੱਚ ਹਰ ਵਿਧਾ ਦੀਆਂ ਕਿਤਾਬਾਂ। 5 ਤਾਂ ਮੇਰੇ ਕਹਾਣੀ ਸੰਗ੍ਰਹਿ ਆ ਗਏ, ਤੇ 7 ਸਬਜੈਕਟ ਤੇ ਲਿਖ ਚੁੱਕਾ ਮੈਂ। ਬਾਲ ਸੰਗ੍ਰਹਿ ਮੇਰੇ 5 ਆ ਗਏ ਆ। ਕਿਸਾਨੀ ਤੇ ਮੈਂ ਲਿਖਤਾ, ਦਰਦ ਕਿਸਾਨੀ ਦਾ। ਆਰਡੀਨੈਂਸ ਤੇ ਮੈਂ ਲਿਖਤਾ, ਜਿੱਥੇ ਆਰਡੀਨੈਂਸ ਲੱਗਦਾ। ਤੇ 15 ਦਿਨਾਂ ਦੇ ਵਿੱਚ ਮੈਂ ਸੱਚ ਆਰਡੀਨੈਂਸ ਦਾ ਕਿਤਾਬ ਲਿਖੀ ਹੈ। ਆਹ ਭਈਆ ਸੱਚ ਆਰਡੀਨੈਂਸ ਦਾ, ਇਹ ਸਭ ਤੋਂ ਪਹਿਲੀ ਕਿਤਾਬ ਮੈਂ ਲਿਖੀ ਹੈ ਪੰਜਾਬ ਦੇ ਵਿੱਚ, ਸੱਚ ਆਰਡੀਨੈਂਸ ਦਾ, ਪੋਇਟਰੀ 'ਚ। ਇਹ ਦੱਸਿਆ ਜੀ ਤੁਸੀਂ ਵੱਖ-ਵੱਖ ਵਿਸ਼ਿਆਂ ਤੇ ਹੁਣ ਤੱਕ 42 ਕਿਤਾਬਾਂ ਨੇੜੇ ਲਿਖ ਚੁੱਕੇ ਆ। 43ਵੀਂ ਪ੍ਰੈਸ ਦੇ ਵਿੱਚ। 43ਵੀਂ ਪ੍ਰੈਸ ਦੇ ਵਿੱਚ, ਬਿਲਕੁਲ ਹਫ਼ਤੇ ਨੂੰ ਆ ਰਹੀ ਹੈ। ਬਹੁਤ ਵੱਡੀ ਪ੍ਰਾਪਤੀ ਹੈ ਇਹ। ਹੁਣ ਮੈਂ ਗੱਲ ਕਰਾਂ ਵੀ ਸਰ ਜੀ, ਜੋ ਅੱਜ ਕੱਲ੍ਹ ਦੇ ਲਿਖਾਰੀ ਹੈ, ਠੀਕ ਹੈ ਜੀ, ਉਹ ਤੁਹਾਨੂੰ ਪਤਾ ਵੀ ਪੈਸੇ ਦੀ ਦੌੜ ਪਿੱਛੇ ਲੱਗੇ ਹੋਏ ਆ, ਪਰ ਤੁਸੀਂ ਇਹ ਸਾਹਿਤ ਨੂੰ ਚੁਣਿਆ, ਇਹ ਉਪਰਾਲਾ ਕਿਵੇਂ ਸੀ? ਇਹ ਮੈਂ ਇੱਕ ਲਗਨ ਹੁੰਦੀ ਨਾ, ਸ਼ੌਕ ਦਾ ਕੋਈ ਮੁੱਲ ਨਹੀਂ। ਤੇ ਮੈਂ ਅੱਜ ਤੱਕ ਇੱਕ ਕਿਤਾਬ ਨਹੀਂ ਵੇਚੀ, ਇਹ ਰਿਕਾਰਡ ਆ ਮੇਰਾ। ਹਾਂ, ਬਾਲ ਸੰਗ੍ਰਹਿ ਦੇ 5 ਕਿਤਾਬਾਂ ਜਿਹੜੀਆਂ ਮੈਂ 40 ਸਕੂਲਾਂ 'ਚ ਫ੍ਰੀ ਵੰਡ ਕੇ ਆਇਆ, ਆਪਣੇ ਖਰਚੇ ਤੇ, ਆਪਣੇ ਡਰਾਈਵਰ ਨਾਲ, ਆਪਣੇ ਡੀਜ਼ਲ ਤੇ, ਕਿਸੇ ਤੋਂ। ਔਰ ਉੱਥੇ ਪ੍ਰੋਗਰਾਮ ਕਰਕੇ ਆਇਆ ਜਿਹੜੇ ਮੇਰੇ ਕੋਲ ਰਿਕਾਰਡ ਹੈ। ਮੈਨੂੰ ਸਨਮਾਨਿਤ ਕੀਤਾ ਗਿਆ ਉੱਥੇ, ਲੈ ਵੀ ਬਿਨਾਂ ਮੈਂ ਸਿਲੈਕਟ ਕਰ ਲੈਂਦਾ ਸੀ। ਫਿਰ ਉਹ ਕਹਿੰਦੇ ਸੀ ਹੈਰਾਨ ਹੈ ਵੀ ਤੁਸੀਂ ਇੱਕਦਮ ਆ ਗਏ ਤੇ ਪ੍ਰੋਗਰਾਮ। ਮੈਂ ਕਿਹਾ ਹਾਂ, ਮੈਂ ਸਰਪ੍ਰਾਈਜ਼ ਹੀ ਦਿੰਦਾ ਮੈਂ ਜ਼ਿੰਦਗੀ 'ਚ ਨਾ। ਇੱਕ ਤਾਂ ਮੈਂ ਟਾਰਗੇਟ ਮਿੱਥੇ ਹੈ ਜ਼ਿੰਦਗੀ 'ਚ, ਟੀਚੇ। ਇੱਕ ਮੈਂ ਸਰਪ੍ਰਾਈਜ਼ਿੰਗ ਦਿੱਤੀ ਹੈ ਹਰੇ। ਤੇ ਬਾਕੀ ਮੈਂ ਸੁਭਾਵਾਂ 'ਚ 7-8 ਸੁਭਾਵਾਂ ਨਾਲ ਜੁੜਿਆ ਮੈਂ। ਤੇ ਕਿਸੇ ਦਾ ਪ੍ਰਧਾਨ ਹਾਂ ਮੈਂ ਲੋਕ ਸਾਹਿਤ ਅਕੈਡਮੀ ਦਾ ਇਸ ਵੇਲੇ ਜਨਰਲ ਸੈਕਟਰੀ ਹਾਂ। ਕੁਦਰਤਵਾਦੀ ਸਰਬ ਸਾਂਝਾ ਮੰਚ ਹੈ ਜਿਹੜਾ, ਉਹਦਾ ਮੈਂ ਪ੍ਰਧਾਨ ਹਾਂ। ਬਾਕੀ ਸਭਾਵਾਂ ਦਾ ਕਿਸੇ ਦਾ ਮੈਂ ਸਰਪ੍ਰਸਤ ਹਾਂ, ਕਿਸੇ ਦਾ ਹਰੇਕ ਅਹੁਦੇ ਰਹੇ ਆ ਮੇਰੇ ਕੋਲ, ਹੁਣ ਵੀ ਹੈ। ਤੁਸੀਂ ਇਹ ਕਿਤਾਬ ਦੇ ਵਿੱਚ ਲਿਖੋ, ਮੇਰੇ ਕੋਲੇ 10 ਸਭਾਵਾਂ ਦਾ ਮੈਂ ਕਿਸੇ ਨਾ ਕਿਸੇ ਪੋਜੀਸ਼ਨ 'ਚ ਹਾਂ। ਸਰ ਜੀ, ਜਿਵੇਂ ਤੁਸੀਂ ਦੱਸਿਆ ਬਾਈ, ਤੁਸੀਂ ਕਿਸੇ ਨਾ ਕਿਸੇ ਸੁਭਾਵਾਂ ਦੇ ਵਿੱਚ ਉਹਦੇ ਦੇ ਉੱਤੇ ਹੋ, ਇਹ ਵੀ ਸਾਰਾ ਇੱਕ ਵੱਡੀ ਪ੍ਰਾਪਤੀ ਆ, ਕਿਉਂਕਿ ਤੁਸੀਂ ਇੱਕ ਚੰਗੇ ਸਾਹਿਤਕਾਰ ਹੋ, ਵਧੀਆ ਚੀਜ਼ ਪਰੋਸ ਕੇ ਦਰਸ਼ਕਾਂ ਮੂਹਰੇ ਲੈ ਕੇ ਆਉਂਦੇ। ਇਹੀ ਕਾਰਨ ਹੁੰਦਾ। ਹਾਂਜੀ, ਹੁਣ ਮੈਂ ਸਰ ਜੀ ਗੱਲ ਕਰਾਂ ਬਈ, ਕਿਸੇ ਇਨਸਾਨ ਨੂੰ ਤੁਸੀਂ ਐਡੇ ਵੱਡੇ ਉਹਦੇ ਤੋਂ ਤਾਂ ਰਿਟਾਇਰ ਹੋਏ ਆ ਤੇ ਐਡਾ ਵੱਡਾ ਸਾਹਿਤਕਾਰੀ ਦੇ ਵਿੱਚ ਨਾਂ ਬਣਾਇਆ, ਕਿਸੇ ਇਨਸਾਨ ਦਾ, ਕਿਹੜੇ ਇਨਸਾਨ ਦਾ ਹੱਥ ਆ ਜਿਹੜਾ ਤੁਹਾਨੂੰ ਉੱਪਰ ਲੈ ਗਿਆ? ਉਹ ਚਾਹੇ ਦੋਸਤਾਂ ਮਿੱਤਰਾਂ ਦੀ ਗੱਲ ਹੋਵੇ, ਚਾਹੇ ਆਪਣੇ ਕੋਈ ਆਪਦੇ ਦੀ ਗੱਲ ਹੋਵੇ, ਉਹ ਜ਼ਰੂਰ ਦੱਸੋ। ਇਹ ਬੜਾ ਟੇਢਾ ਜਿਹਾ ਸਵਾਲ ਹੈ। ਮੈਂ ਅੱਜ ਤੱਕ ਕਿਸੇ ਨੂੰ ਗੁਰੂ ਨਹੀਂ ਧਾਰਿਆ। ਤੁਸੀਂ ਜਦੋਂ ਗੱਲਾਂ ਚੱਲਦੀਆਂ ਨਾ ਕਿਤੇ, ਲੈ ਕੌਣ ਉਸਤਾਦ ਆ ਤੁਹਾਡਾ, ਤੇ ਮੈਂ ਕਹਿੰਦਾ ਮੈਂ ਆਪ ਉਸਤਾਦ ਹਾਂ। ਮੈਨੂੰ ਇਹੋ ਜਿਹੇ ਸਰਕਮਸਟਾਂਸਿਸ ਮਿਲੇ
ਮੈਨੂੰ ਇਹੋ ਜਿਹੇ ਨਿਸ਼ਾਨੇ ਮੈਂ ਮਿਥੇ। ਮੈਂ ਘੁੰਮਿਆ ਫਿਰਿਆ ਬਹੁਤ ਆ, ਮੈਂ ਅੱਧਾ ਇੰਡੀਆ ਮੈਂ ਘੁੰਮਿਆ ਆ, ਸੁਣ ਲਓ, ਉੱਤਰ ਦੱਖਣ ਪੂਰਬ ਪੱਛਮ ਅੱਛਾ। ਫਿਰ ਨੰਬਰ 2, ਮੈਂ ਸਰਵਿਸ ਦੇ ਵਿੱਚ ਮੈਨੂੰ ਜਾਣ ਦਾ ਬਹੁਤ, ਟੂਰ ਤੇ ਮੈਂ ਜਾਂਦਾ ਰਿਹਾ ਦੂਰ ਦੂਰ। ਤੇ ਇਹ ਸੀ ਗੱਲ ਵੀ ਇਹ ਗੋਡ ਗਿਫਟਡ ਹੈ ਗੱਲਾਂ ਜਿਹੜੀਆਂ ਨਾ, ਇਹ ਧੁਰੋਂ ਹੀ ਹੁੰਦੀਆਂ, ਕੋਈ ਬਖਸ਼ਿਸ਼ ਹੁੰਦੀ ਕਿਸੇ ਨੂੰ। ਮੈਂ ਤੇ ਸਮਝਦਾ ਇੱਕ ਮੈਂ ਜਦੋਂ ਕੋਈ ਵੀ ਇਨਸੀਡੈਂਟ ਵੇਖਦਾ ਨਾ, ਕੋਈ ਵੀ ਘਟਨਾ, ਉਹ ਮੈਨੂੰ ਬਹੁਤ ਡੂੰਘਾ ਲੈ ਜਾਂਦੀ ਹੈ, ਭਾਵੇਂ ਉਹ ਖੁਸ਼ੀ ਦੀ ਹੈ, ਭਾਵੇਂ ਉਹ ਗਮੀ ਦੀ ਹੈ, ਭਾਵੇਂ ਗਰੀਬੀ ਦੀ ਹੈ, ਭਾਵੇਂ ਅਮੀਰੀ ਦੀ ਹੈ। ਅੱਛਾ, ਗਰੀਬੀ ਮੈਂ ਹਟਾਈ ਹੈ, ਹਾਂ, ਇਹ ਤੁਸੀਂ ਸਵਾਲ ਵਿੱਚੋਂ ਰਹਿ ਗਿਆ। ਜਿਸ ਸ਼ਖਸ ਨੇ ਆਪ ਮਿਹਨਤਾਂ ਕੀਤੀਆਂ, ਮਜ਼ਦੂਰੀਆਂ ਕੀਤੀਆਂ ਬਚਪਨ 'ਚ। ਇੱਕ ਨਵੀਂ ਗੱਲ ਇਹ ਹੈ ਕਿ ਮੇਰੇ ਫਾਦਰ ਐਕਸਪਾਇਰ ਹੋ ਗਏ ਸੀ, ਮੈਂ 7ਵੀਂ 'ਚ ਪੜ੍ਹਦਾ ਸੀ। ਉਹ ਬਿਮਾਰ ਸੀ, ਉਹਨਾਂ ਨੂੰ ਕੋਈ ਪ੍ਰੋਬਲਮ ਸੀ, ਉਹਨਾਂ ਦਿਨਾਂ 'ਚ ਇਲਾਜ ਨਹੀਂ ਸੀ, ਅਸ਼ਟਮਾ ਸੀ ਉਹਨਾਂ ਨੂੰ, ਅਤੇ ਉਹਦਾ ਇਲਾਜ ਹੀ ਨਹੀਂ, ਟਰੀਟਮੈਂਟ ਘੱਟ ਸੀ ਉਦੋਂ, ਡਾਕਟਰ ਉੱਥੇ। ਅਤੇ ਉਹ ਕੀ ਹੋਇਆ, ਫਿਰ ਮੈਨੂੰ ਆਪ ਹੀ ਮਿਹਨਤਾਂ ਕਰਨੀਆਂ ਪਈਆਂ ਹੈਗੀਆਂ। ਅਤੇ ਨੰਬਰ 2 ਇਹ ਹੈ ਕਿ ਮੇਰਾ ਪਰਿਵਾਰ ਸਾਡਾ ਵੱਡਾ ਸੀ, ਮੇਰੀਆਂ 4 ਭੈਣਾਂ, 3 ਵੱਡੀਆਂ ਅਤੇ 1 ਛੋਟੀ, ਅਤੇ 2 ਅਸੀਂ ਭਰਾ ਹਾਂ। ਯਸ਼ ਚਟਾਨੀ ਉਹ ਮੇਰਾ ਰੀਅਲ ਬ੍ਰਦਰ ਹੈ, ਪੱਤਰਕਾਰ, ਸੀਨੀਅਰ ਪੱਤਰਕਾਰ, ਜਾਣਦੇ ਹੋ ਤੁਸੀਂ, ਬਾਘਾ ਪੁਰਾਣਾ। ਅਤੇ ਅਸੀਂ ਆਪਦੇ ਫੀਲਡ ਦੇ ਵਿੱਚ ਬੜੇ ਮੁਕਾਮ 'ਤੇ ਪਹੁੰਚੇ ਹਾਂ। ਅਤੇ ਮੈਨੂੰ ਜਿਹੜੀ ਲਗਨ ਲੱਗੀ ਨਾ, ਜਿਹੜੀ ਮੈਨੂੰ ਗੁਰਬਤ ਤੋਂ ਜ਼ਿਆਦਾ ਲੱਗੀ ਹੈ, ਗਰੀਬੀ ਤੋਂ, ਕਮਜ਼ੋਰੀ, ਯਾਨੀ ਵਿੱਤੀ ਫਾਈਨੈਂਸ਼ੀਅਲ ਜਿਹੜੀ ਪੈਸੇ ਦੀ ਘਾਟ, ਅਤੇ ਮਿਹਨਤਾਂ ਕਰਨੀਆਂ, ਅਤੇ ਫਿਰ ਮੈਂ ਸਟੱਡੀ ਕਰਨੀ। ਮੈਂ ਉਹਨੂੰ ਬੜਾ ਸਬਜੈਕਟ ਬਣਾਇਆ। ਹੁਣ ਮੇਰੇ ਦੋਸਤ ਕਹਿੰਦੇ ਹੁੰਦੇ ਆ, ਮੇਰੇ ਦੋਸਤਾਂ ਨੇ, ਮਾਸਟਰਾਂ ਨੇ ਕਈ ਸਕੂਲਾਂ 'ਚ ਮੇਰੇ ਪ੍ਰੋਗਰਾਮ ਕਰਾਏ ਆ, ਔਰ ਮੇਰੀ ਉਹ ਐਗਜ਼ਾਮਪਲ ਦਿੰਦੇ ਰਹਿੰਦੇ ਆ, ਲੈ ਵੀ ਇਹਨਾਂ ਤੋਂ ਸਿੱਖੋ ਕੁਛ, ਲੈ ਵੀ ਜਿਹੜੇ ਦੇ ਕਲਾਸ 1 ਪੋਸਟ 'ਤੇ ਪਹੁੰਚਣਾ A ਗ੍ਰੇਡ 'ਚ, ਬੜੇ ਛੋਟੇ ਲੈਵਲ ਤੋਂ, ਅਤੇ ਉਹ ਮੈਨੂੰ ਇਹ ਜ਼ਿੰਦਗੀ 'ਚ ਨਾ ਘਟਨਾਵਾਂ ਹੀ ਹੁੰਦੀਆਂ। ਅਤੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਮੈਂ ਉਸਤਾਦ ਨਹੀਂ ਕਿਸੇ ਨੂੰ ਤਾਰਿਆ। ਇਹ ਮੇਰੀ ਤੁਸੀਂ ਪ੍ਰਾਪਤੀ ਸਮਝ ਲਓ ਜਾਂ ਮੇਰੀ ਮੂਰਖਤਾ ਸਮਝ ਲਓ, ਪਤਾ ਨਹੀਂ ਕੀ ਹੈ, ਇਹਨੂੰ ਟੇਲੈਂਟ ਕਹਿੰਦੇ ਆ। ਜਦੋਂ ਹਾਂ ਗੋਡ ਗਿਫਟਡ ਅਤੇ ਟੇਲੈਂਟ ਜਿਹੜੀ ਹੈ ਨਾ, ਉਹ ਬਹੁਤ ਰੇਅਰ ਕੇਸ ਹੈ, ਉਹ ਜੋ ਮੈਂ ਮਾਣ ਨਹੀਂ ਕਰਦਾ ਆਪਦਾ। ਤਾਂ ਹੁਣ ਤੁਸੀਂ ਦੇਖ ਲਓ, 42 ਕਿਤਾਬਾਂ, ਹਾਂ, 1 ਸਾਲ ਦੇ ਵਿੱਚ 29 ਕਿਤਾਬਾਂ ਕਿਸੇ ਦੀਆਂ ਨਹੀਂ ਹੋਣੀਆਂ। ਔਰ ਮੈਨੂੰ ਸਾਰੇ ਕਹਿੰਦੇ ਆ ਤੁਸੀਂ ਲਿਮਕਾ ਬੁੱਕ ਆਫ ਵਰਲਡ ਰਿਕਾਰਡ, ਲਿਮਕਾ ਬੁੱਕ ਆਫ ਰਿਕਾਰਡ 'ਚ ਆਓਗੇ। ਮੈਂ ਕਿਹਾ ਨਹੀਂ, ਮੈਂ ਟਾਰਗੇਟ ਨਹੀਂ, ਮੈਂ ਨਾ ਸਨਮਾਨਾਂ ਪਿੱਛੇ ਮੈਂ ਲਿਖਿਆ, ਅਤੇ ਮੈਂ ਤਾਂ ਲਿਖੀ ਜਾਂਦਾ ਹੈਗਾ। ਮੈਂ ਤਾਂ ਇੱਕ ਰੋਲ ਮਾਡਲ ਬਣਨਾ ਚਾਹੁੰਦਾ। ਮੈਨੂੰ ਸਾਰੇ ਕਹਿੰਦੇ ਨੇ ਵੀ ਸਿੱਖੋ ਜੇ ਲਿਖਣਾ ਹੈਗਾ। ਹੁਣ ਜਿਹੜੇ ਮੈਨੂੰ ਦੇਖਦੇ ਆ, ਮੇਰੀਆਂ ਗੱਲਾਂ ਜੋ ਚਰਚਾ ਹੁੰਦੇ ਆ ਅਖਬਾਰਾਂ 'ਚ ਵੀ, ਮੈਗਜ਼ੀਨ 'ਚ ਵੀ, ਕਮੈਂਟਸ ਮੈਨੂੰ ਬਹੁਤ ਆ ਰਹੇ ਆ ਫੇਸਬੁੱਕ 'ਤੇ, ਨੈਟਵਰਕ ਨਾਲ ਜੁੜਿਆ ਮੈਂ, ਫੋਰਨ 'ਚੋਂ, USA, ਕੈਨੇਡਾ 'ਚੋਂ ਮੇਰੇ ਜਿਹੜੇ ਦੋਸਤ ਹੈ, ਉਹ ਬੜਾ ਐਪਰੀਸ਼ੀਏਟ ਕਰਦੇ, ਮੈਨੂੰ ਬੜੀ ਤਾਰੀਫ ਕਰਦੇ ਆ, ਲੈ ਵੀ ਤੁਸੀਂ ਬਹੁਤ ਵੱਡੀ ਡਿਵੈਲਪਮੈਂਟ ਕੀਤੀ। ਸਾਰੇ ਜਿਵੇਂ ਤੁਸੀਂ ਇੰਨੀਆਂ ਕਿਤਾਬਾਂ ਲਿਖੀਆਂ, ਉਹਦੇ ਵਿੱਚੋਂ ਸਾਡੇ ਨਿਊਜ਼ ਪੰਜਾਬ ਦੇ ਦਰਸ਼ਕਾਂ ਨੂੰ ਇੱਕ ਕਵਿਤਾ ਜ਼ਰੂਰ ਸੁਣਾਓ। ਨਹੀਂ, ਮੈਂ ਗਜ਼ਲ ਸੁਣਾਵਾਂਗਾ। ਮੈਂ ਗਜ਼ਲ ਜ਼ਿਆਦਾ ਲਿਖੀ ਹੈ, ਨਜ਼ਮ ਅਤੇ ਗਜ਼ਲ। ਹਾਂ, ਅਤੇ ਮੈਂ ਗਿਲੇ ਸ਼ਿਕਵੇ ਦੇ ਵਿੱਚੋਂ ਤੁਹਾਨੂੰ ਇੱਕ ਗਜ਼ਲ ਸੁਣਾਉਣਾ ਚਾਹੁੰਦਾ। ਮਰ ਮਰ ਕੇ ਜੀਣਾ ਵੀ ਕੀ ਹੈ ਜ਼ਿੰਦਗੀ ਯਾਰੋ, ਮਰ ਮਰ ਕੇ ਜੀਣਾ ਵੀ ਕੀ ਜ਼ਿੰਦਗੀ ਹੈ ਯਾਰੋ, ਬਿਨ ਅਣਖ ਦੇ ਜੀਣਾ ਵਾਂਗ ਸ਼ਰਮਿੰਦਗੀ ਯਾਰੋ। ਬਿਨ ਅਣਖ ਦੇ ਹੁੰਦਾ ਵਾਂਗ ਸ਼ਰਮਿੰਦਗੀ ਯਾਰੋ, ਸਿਰ ਝੁਕਾਉਣ ਵਾਲੇ ਦਾ ਕੀ ਜੀਣਾ ਹੁੰਦਾ, ਸਿਰ ਝੁਕਾਉਣ ਵਾਲੇ ਦਾ ਕੀ ਜੀਣਾ ਹੁੰਦਾ, ਸਿਰ ਉਠਾ ਕੇ ਜੀਣਾ ਹੈ ਬੁਲੰਦਗੀ ਯਾਰੋ, ਸਿਰ ਉਠਾ ਕੇ ਜੀਣਾ ਹੈ ਬੁਲੰਦਗੀ ਯਾਰੋ, ਵਤਨ ਦੀ ਖਾਤਰ ਤਿਆਰ ਹੈ ਮਰਨ ਲਈ ਬੰਦਾ। ਕਾਬਲੇ ਗੌਰ ਹੈ, ਵਤਨ ਦੀ ਖਾਤਰ ਤਿਆਰ ਹੈ ਮਰਨ ਲਈ ਬੰਦਾ, ਹੁੰਦੀ ਹੈ ਇਹ ਦੇਸ਼ ਭਗਤੀ ਦੀ ਵੰਨਗੀ ਯਾਰੋ, ਹੁੰਦੀ ਹੈ ਇਹ ਦੇਸ਼ ਭਗਤੀ ਦੀ ਵੰਨਗੀ ਯਾਰੋ, ਹਰ ਪਲ ਜੋ ਡਰਦਾ ਭੈ ਵਿੱਚ ਹੈ ਰਹਿੰਦਾ, ਹਰ ਪਲ ਜੋ ਡਰਦਾ ਭੈ ਵਿੱਚ ਹੈ ਰਹਿੰਦਾ, ਜ਼ਿੰਦਗੀ ਇਸ ਤਰ੍ਹਾਂ ਦੀ ਹੁੰਦੀ ਹੈ ਮੰਦਗੀ ਯਾਰੋ, ਜ਼ਿੰਦਗੀ ਇਸ ਤਰ੍ਹਾਂ ਦੀ ਹੁੰਦੀ ਹੈ ਮੰਦਗੀ ਯਾਰੋ, ਮੁਲਕ ਆਪਣੇ ਦੀ ਖਾਤਰ ਪਾ ਜਾਵੇ ਸ਼ਹਾਦਤਾਂ, ਮੁਲਕ ਆਪਣੇ ਦੀ ਖਾਤਰ ਪਾ ਜਾਵੇ ਸ਼ਹਾਦਤਾਂ, ਜ਼ਿੰਦਗੀ ਇਸ ਵਿੱਚ ਚਟਾਨੀ ਹੈ ਰਵਾਨਗੀ ਯਾਰੋ, ਮਰ ਮਰ ਕੇ ਜੀਣਾ ਕੀ ਹੈ ਜ਼ਿੰਦਗੀ ਯਾਰੋ,
ਬਿਨ ਅਣਖ ਦੇ ਜੀਣਾ ਵਾਂਗ ਸ਼ਰਮਿੰਦਗੀ। ਮਰ ਕੇ ਜੀਣਾ ਕੀ ਹੈ ਜ਼ਿੰਦਗੀ ਯਾਰ। Yes. ਬਾਈ ਚਟਾਨੀ ਸਾਹਿਬ ਬਹੁਤ ਵਧੀਆ ਗਜ਼ਲ ਜੋ ਤੁਸੀਂ ਸਾਡੇ ਦਰਸ਼ਕਾਂ 'ਚ ਪੇਸ਼ ਕੀਤੀ ਹੈ। ਚਟਾਨੀ ਸਾਹਿਬ ਮੈਂ ਇੱਕ ਸਵਾਲ ਨਾਲ ਹੋਰ ਜੋੜਾਂ ਵੀ ਤੁਸੀਂ ਇੱਕ ਵੱਡੇ ਅਹੁਦੇ ਤੇ ਰਹੇ ਹੋ ਜਿੱਥੇ ਤੁਸੀਂ ਸਾਹਿਤਕਾਰ ਦੇ ਵਿੱਚ ਇੱਕ ਵੱਡਾ ਨਾਮ ਪੈਦਾ ਕੀਤਾ, ਤੇ ਤੁਹਾਡੇ ਪਰਿਵਾਰ ਦੇ ਵਿੱਚੋਂ ਮੈਂ ਸਵਾਲ ਕਰਾਂਗਾ ਵੀ ਜੋ ਤੁਹਾਡਾ ਪਰਿਵਾਰ ਹੈ, ਚਾਹੇ ਤੁਹਾਡੀ ਪਤਨੀ ਹੈ, ਮੰਨ ਲਓ ਚਾਹੇ ਤੁਹਾਡਾ ਬੇਟਾ ਹੈ, ਤੁਸੀਂ ਦੱਸਿਆ ਵੀ ਤੁਹਾਡਾ ਜੁਆਇੰਟ ਪਰਿਵਾਰ ਸੀ, ਉਹ ਕਿਹੜੇ ਕਿਹੜੇ ਅਹੁਦਿਆਂ ਤੇ ਕੰਮ ਕਰ ਰਹੇ ਆ ਤੇ ਕਿੱਥੇ ਕਿੱਥੇ? ਨਹੀਂ ਪਰਿਵਾਰ ਬਾਗੇ ਪੁਰਾਣੇ ਸੀਗਾ ਜੁਆਇੰਟ। ਉਦੋਂ ਬਾਅਦ ਤਾਂ ਮੈਂ ਇੱਥੇ ਆ ਗਿਆ, ਮੇਰੀ ਪੋਸਟਿੰਗ ਇੱਥੇ ਹੋ ਗਈ ਜਦੋਂ ਮੈਂ ਜ਼ਿਲ੍ਹੇ ਦਾ ਅਫੀਸਰ ਬਣ ਗਿਆ। ਫਿਰ ਮੈਂ ਕਿਹਾ ਮੇਰੀ ਡਿਸਟ੍ਰਿਕਟ 'ਚ ਹੀ ਹੋਣੀ ਹੈ ਹੁਣ, ਤਾਂ ਮੈਂ ਇੱਥੇ ਸ਼ਿਫਟ ਕਰ ਗਿਆ। ਇਹ 15 ਸਾਲ ਹੋ ਗਏ ਮੈਨੂੰ ਇੱਥੇ, 15.5। ਤੇ ਪੋਸਟ ਤੇ ਮੈਂ ਵੱਡੀਆਂ ਤੇ ਰਿਹਾ ਹੈਗਾ। ਮੈਂ ਗਜ਼ਟਡ ਆਫੀਸਰ ਹੀ ਰਿਹਾ। 15 ਸਾਲ ਗਜ਼ਟਡ, 7 ਸਾਲ ਮੈਂ 8 ਕੁ ਸਾਲ ਮੈਂ ਗਜ਼ਟਡ 2 ਤੇ 7 ਸਾਲ ਮੈਂ ਗਜ਼ਟਡ 1 ਰਿਹਾ, ਸੁਪਰ 1 A ਗ੍ਰੇਡ 'ਚ। ਹਾਂਜੀ ਹਾਂ ਉਹ ਇਸ ਤਰ੍ਹਾਂ ਮੇਰੇ ਮਿਸਿਸ ਜਿਹੜੇ ਹੈਗੇ ਨਾ, ਇਹ ਇਹਨਾਂ ਦੀ ਸਟੱਡੀ ਬਹੁਤ ਜ਼ਿਆਦਾ ਹੈ। ਉਹ ਟ੍ਰਿਪਲ MA ਹੈ, MA ਪੰਜਾਬੀ, MA ਪੋਲੀਟੀਕਲ ਸਾਇੰਸ, MA ਹਿਸਟਰੀ, B.Ed M.Ed M.Phil, ਔਰ ਉਹ ਮਤਲਬ ਹਾਈਲੀ ਕੁਆਲੀਫਾਈਡ ਹੈ। ਔਰ ਉਹ ਸੀਨੀਅਰ B.Ed ਟੀਚਰ ਰਿਟਾਇਰ ਹੋਏ ਹੈ 1 ਸਾਲ ਪਹਿਲਾਂ। ਸਰ ਜੀ, ਜਿਵੇਂ ਤੁਹਾਡਾ ਪਰਿਵਾਰ ਇੱਕ ਬਹੁਤ ਹੀ ਪੜ੍ਹਿਆ ਲਿਖਿਆ ਪਰਿਵਾਰ ਹੈ, ਜੇ ਮੈਂ ਗੱਲ ਕਰਾਂ ਵੀ ਅਸ਼ੋਕ ਚਟਾਨੀ ਜੀ ਦੇ ਹੁਣ ਤੱਕ ਕਿੰਨੇ ਸਨਮਾਨ ਹੋ ਚੁੱਕੇ? ਹਾਂ, ਮੈਂ ਸਨਮਾਨ ਨਾ ਛੋਟੇ ਮੋਟੇ ਸਨਮਾਨ ਤਾਂ ਮੈਂ ਨਹੀਂ ਗਣਾਵਾਂਗਾ ਕਿ ਤੁਸੀਂ ਸਾਹਿਤ ਸਭਾ 'ਚ ਗਏ ਕਿਤੇ ਤੇ ਉਹਨਾਂ ਨੇ ਰੂਟੀਨ 'ਚ ਹੀ ਸਨਮਾਨਿਤ ਕਰਤਾ ਤੁਹਾਨੂੰ, ਪਰ ਜਿਹੜੇ ਪਲੈਨਡ ਸਨਮਾਨ ਹੋਏ ਆ ਜਿਹੜੇ ਕਿ ਦੱਸ ਕੇ, ਮੈਂ ਉਹਨਾਂ ਨੂੰ ਸਨਮਾਨ ਨਹੀਂ ਗਿਣਦਾ। ਕਿ ਤੁਸੀਂ ਇੱਕ ਸਭਾ 'ਚ ਗਏ ਤੇ ਸਿਲੈਕਟਿਵ ਜੇ ਬੰਦਿਆਂ ਨੂੰ 6-7 ਸਨਮਾਨ ਦੇ ਦਿੰਦੇ ਆ, ਤੁਹਾਨੂੰ ਤਾਂ ਪਤਾ ਹੀ ਹੈ। ਤੁਸੀਂ ਇਸ ਨਾਲ ਮੈਂ ਇਸ ਗੱਲ ਦੇ ਨਾ ਇੰਨਾ ਨਹੀਂ, ਮੈਂ ਇਹਨੂੰ ਕ੍ਰੈਡਿਟ ਨਹੀਂ ਮੰਨਦਾ। ਕ੍ਰੈਡਿਟ ਉਹ ਹੁੰਦਾ ਕਿ ਜਿਹੜਾ ਤੁਹਾਨੂੰ ਇਨਵਾਈਟ ਕਰਕੇ ਕਾਰਡ ਦੇ ਵਿੱਚ ਛਪਾ ਕੇ ਸਨਮਾਨ ਕਰੇ। ਉਹ ਮੇਰੇ 4-5 ਸਨਮਾਨ ਹੋਇਆ ਗ੍ਰੈਂਡ। ਸਭ ਤੋਂ ਵੱਡਾ ਸਨਮਾਨ ਮੇਰਾ ਹੋਇਆ ਹੈ ਸਾਹਿਤ ਸਭਾ ਜੀਰਾ ਨੇ। ਹਾਂ, ਉਹਨਾਂ ਨੇ ਮੈਨੂੰ ਦੂਸਰਾ ਫਾਈਨੈਂਸ਼ੀਅਲ ਵੀ ਤੇ ਵੈਸੇ ਕ੍ਰੈਡਿਟ ਵੀ ਦਿੱਤਾ ਹੈਗਾ, ਤੇ ਵੱਡੇ ਪ੍ਰੋਗਰਾਮ ਦੇ ਵਿੱਚ। ਤੇ 2 ਵਾਰੀ ਉਹਨਾਂ ਨੇ ਮੈਨੂੰ ਸਨਮਾਨਿਤ ਕੀਤਾ, ਬਹੁਤ ਵੱਡੀ ਗੈਦਰਿੰਗ 'ਚ, ਸਾਲਾਨਾ ਪ੍ਰੋਗਰਾਮ ਦੇ ਵਿੱਚ। ਤੇ ਇੱਕ ਮੈਨੂੰ ਤਲਵੰਡੀ ਭਾਈ ਕੀਤਾ ਸਭਾ ਨੇ ਰੀਸੈਂਟਲੀ, 3 ਮਹੀਨੇ ਹੋਏ ਆ। ਉਹ ਸਤਪਾਲ ਖੁੱਲਰ ਜੀ ਆ, ਉਹ ਪ੍ਰਧਾਨ ਆ, ਮੇਰੇ ਦੋਸਤ ਹੈ, ਤੇ ਉਹਨਾਂ ਨੇ ਮੇਰੀ ਪਛਾਣ ਕੀਤੀ ਤੇ ਮੈਂ ਹੈਰਾਨ ਹੋ ਗਿਆ। ਮੈਂ ਕਿਹਾ ਤੁਹਾਡਾ, ਕਹਿੰਦਾ, ਮੈਂ ਕਿਹਾ ਯਾਰ ਤੁਹਾਨੂੰ ਕੀ ਹੈ? ਕਹਿੰਦਾ ਤੁਸੀਂ ਸਭ ਤੋਂ ਵੱਧ ਕਿਤਾਬਾਂ ਲਿਖੀਆਂ। ਉਦੋਂ ਪਤਾ ਕਿੰਨੀਆਂ ਲਿਖੀਆਂ ਸੀ? 10 ਕਿਤਾਬਾਂ ਘੱਟ ਸੀ ਉਦੋਂ ਮੇਰੀਆਂ 32 ਕਿਤਾਬਾਂ ਸੀ। ਮੈਂ 3 ਮਹੀਨੇ 10 ਕਿਤਾਬਾਂ ਲਿਖੀਆਂ। ਇਹ ਮੈਂ ਬ੍ਰੇਕਅਪ ਜੇ ਕਰਾਂ ਨਾ, ਤੁਹਾਨੂੰ ਹੈਰਾਨ ਹੀ ਹੋਵੋਗੇ ਵੀ ਹਰ ਮਹੀਨੇ 'ਚ ਮੇਰੀਆਂ 2 ਕਿਤਾਬਾਂ ਆਉਂਦੀਆਂ ਰਹੀਆਂ ਕਰੋਨਾ 'ਚ। ਤੇ ਉਹ ਵੀ ਬੜਾ ਵੱਡਾ ਸਨਮਾਨ ਕੀਤਾ ਉਹਨਾਂ ਨੇ। ਤੇ 1-2 ਹੋਰ ਸਨਮਾਨ ਆ, ਮੈਂ ਹੁਣ ਖਿਆਲ ਨਹੀਂ ਹੈ ਮੈਨੂੰ। ਤੇ ਵੈਸੇ ਛੋਟੇ ਮੋਟੇ ਸਨਮਾਨ ਆ, ਮੈਂ ਛੋਟਾ ਮੋਟਾ ਨਹੀਂ ਕਹਿੰਦਾ, ਵੈਸੇ ਮਤਲਬ ਆਮ ਰੂਟੀਨ ਦੇ ਸਨਮਾਨ ਆ ਜਿਹੜੇ, ਉਹ ਮੈਨੂੰ 10-12 ਮਿਲੇ ਆ। ਹਾਂਜੀ, ਜਿਵੇਂ ਅਸ਼ੋਕ ਚਟਾਨੀ ਜੀ, ਤੁਸੀਂ ਸਾਨੂੰ ਦੱਸਿਆ ਵੀ ਤੁਹਾਡੇ ਬਹੁਤ ਹੀ ਵੱਡੇ ਪੱਧਰ ਤੇ ਸਨਮਾਨ ਹੋ ਚੁੱਕੇ ਆ। ਵੱਡੀਆਂ ਸਭਾਵਾਂ ਦੇ ਵਿੱਚ ਸਨਮਾਨ ਹੋ ਚੁੱਕੇ ਆ, ਕਿਉਂਕਿ ਹੋਣੇ ਵੀ ਜ਼ਰੂਰੀ ਹੈ। ਤੁਸੀਂ ਬਹੁਤ ਹੀ ਵਧੀਆ ਉਪਰਾਲਾ ਕੀਤਾ। ਜੇ ਮੈਂ ਗੱਲ ਕਰਾਂ ਵੀ ਅਸ਼ੋਕ ਚਟਾਨੀ ਜੀ, ਤੁਸੀਂ ਦੱਸਿਆ ਵੀ ਹੁਣ ਤੱਕ ਤੁਸੀਂ 41-42 ਕਿਤਾਬਾਂ ਲਿਖ ਚੁੱਕੇ। 42। ਮੰਨ ਲਓ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਅਸ਼ੋਕ ਚਟਾਨੀ ਜੀ ਤੋਂ ਹੋਰ ਕੀ ਆਸ ਕਰ? ਮੈਂ ਜੇ ਜਿਉਂਦਾ ਰਿਹਾ, ਕਿਉਂਕਿ ਐਵੇਂ ਨਾ ਟਾਰਗੇਟ ਨਹੀਂ ਮਿਥਣੇ ਚਾਹੀਦੇ, ਤੇ ਜੇ ਮੈਨੂੰ ਕੁਦਰਤ ਨੇ ਬਖਸ਼ਿਸ਼ ਕੀਤੀ ਤੇ ਮੈਂ ਇਸ ਸਾਲ ਦੇ ਵਿੱਚ, ਯਾਨੀ ਮਈ ਚੱਲ ਰਿਹਾ ਤੇ 7-8 ਮਹੀਨੇ ਰਹਿ ਗਏ, 8 ਕਿਤਾਬਾਂ ਮੈਂ ਇਸ ਸਾਲ 'ਚ ਲਿਖ ਕੇ ਹਾਫ ਸੈਂਚਰੀ ਮਾਰਨੀ। ਮੈਨੂੰ ਆ ਗਏ ਫੋਨ, ਕਹਿੰਦੇ ਤੁਸੀਂ ਹਾਫ ਸੈਂਚਰੀ ਮਾਰ ਰਹੇ ਹੈ, ਕਹਿੰਦੇ ਸਾਨੂੰ ਉਮੀਦ ਹੈ ਕਿ ਮੈਂ ਕੱਲ। ਸਰ ਜੀ, ਸਾਹਿਤਕਾਰ ਬਾਰੇ ਗੱਲਾਂ ਬਹੁਤ ਹੋ ਗਈਆਂ, ਤੁਹਾਡੀ ਜ਼ਿੰਦਗੀ ਬਾਰੇ ਤੁਸੀਂ ਵਿਸਤਾਰਪੂਰਵਕ ਦੱਸਿਆ ਵੀ ਕਿਵੇਂ ਛੋਟੇ ਲੈਵਲ ਤੋਂ ਉੱਠ ਕੇ ਉੱਪਰ ਗਏ ਹੋ, ਮਿਹਨਤ ਕੀਤੀ ਆ। ਪਰ ਅੱਜ ਦਾ ਕਿਸਾਨੀ ਮੁੱਦਾ ਜੋ ਬੜਾ ਹੀ ਭਖਿਆ ਹੋਇਆ ਹੈ, ਕਿਉਂਕਿ ਸਾਡਾ ਕਿਸਾਨ ਪੂਰੇ 7 ਮਹੀਨੇ ਤੋਂ, ਜੇਕਰ ਮੇਰੀ ਜਾਣਕਾਰੀ ਮੁਤਾਬਕ, ਬਾਰਡਰਾਂ ਤੇ ਬੈਠਾ ਹੈ, ਪਰ ਮੋਦੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਇਹਦੇ ਤੇ ਕਮੈਂਟ ਦਿਓ ਤੁਸੀਂ। ਹਾਂ, ਇਹਦੇ ਤੇ ਦੇਖੋ, ਮੈਂ ਪੰਜਾਬ ਦੇ ਵਿੱਚ ਮੈਂ ਪਹਿਲਾ ਰਾਈਟਰ ਆ ਜਿਹਨੇ ਸੱਚ ਆਰਡੀਨੈਂਸ ਦਾ ਕਿਤਾਬ ਲਿਖਤੀ ਹੈ। ਵਾਹ ਜੀ।
2 ਕਿਤਾਬਾਂ ਮੇਰੀਆਂ ਪ੍ਰੈਸ ਦੇ ਵਿੱਚ ਜਾ ਰਹੀਆਂ ਹੁਣ। ਮੈਂ ਕਹਾਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਕੈਮਰੇ ਸਾਹਮਣੇ। ਹਾਂਜੀ, ਸੱਚ ਆਰਡੀਨੈਂਸ ਦਾ। ਬਿਲਕੁਲ। ਔਰ ਇਹ ਮੈਂ ਟੋਲ ਪਲਾਜ਼ਾ ਤੇ ਵੀ ਪੇਂਟ ਕਰਕੇ ਆਇਆ। ਬਿਲਕੁਲ। ਮੈਂ ਸੇਲ ਨਹੀਂ ਕੀਤੀ, ਉਹਨਾਂ ਨੇ ਮੈਨੂੰ ਮੰਗਦੇ ਸੀਗੇ। ਠੀਕ ਹੈ। ਇਹਦਾ ਦੱਸੋ ਪ੍ਰਾਈਸ। ਠੀਕ ਹੈ। ਮੈਂ ਕੋਈ ਪ੍ਰਾਈਸ ਨਹੀਂ, ਮੈਂ ਪੇਂਟ ਕਰ। ਬਿਲਕੁਲ। ਤੇ ਇਹ ਮੈਂ ਪਹਿਲੀ ਕਿਤਾਬ ਲਿਖੀ ਪੰਜਾਬ ਦੇ ਵਿੱਚ, ਸੱਚ ਆਰਡੀਨੈਂਸ। ਇਹਦੇ ਵਿੱਚੋਂ ਇੱਕ ਕਹਾਵਤ ਸਾਡੀ। ਹਾਂ, ਇਹਦੇ ਵਿੱਚ ਯੈਸ, ਇਹਦੇ ਵਿੱਚ ਹੈਗਾ ਮੈਂ ਆਰਡੀਨੈਂਸ ਇਹ ਕਿੱਧਰੋਂ ਆ ਗਿਆ। ਵਾਹ। ਸੁੱਤੀ ਪਈ ਅਲਖ ਜਗਾ ਗਿਆ। ਵਾਹ ਜੀ, ਸੁੱਤੀ ਪਈ। ਇਹ ਹੈਗੀ ਨਾ ਇੱਕ ਮਾਨਕ ਨੇ ਕਲੀਆਂ, ਉਹਦੇ ਤੇ ਮੈਂ ਲਿਖੀ ਹੈ। ਬਿਲਕੁਲ। ਤਰਜ ਦੀ। ਸਮਝ ਗਏ। ਇਹ ਜੋਗੀ ਕਿੱਧਰੋਂ ਆ ਗਿਆ। ਨਹੀਂ ਜੋਗੀ। ਜੀ ਜੋਗੀ। ਹਾਂਜੀ। ਆਰਡੀਨੈਂਸ ਮੈਂ ਸਿੰਗਰ ਨਹੀਂ ਗਾ ਪਰ। ਬਿਲਕੁਲ। ਹਾਂ, ਆਰਡੀਨੈਂਸ ਇਹ ਕਿੱਧਰੋਂ ਆ ਗਿਆ, ਸੁੱਤੀ ਪਈ ਅਲਖ ਜਗਾ ਗਿਆ। ਆਰਡੀਨੈਂਸ ਇਹ ਕਿੱਧਰੋਂ ਆ ਗਿਆ। ਐਕਟ ਬੜਾ ਹੀ ਮਾੜਾ ਏ, ਮੋਦੀ ਇਹਦਾ ਘਾੜਾ ਏ। ਵਾਹ। ਇਹ ਜਿਹਦੇ ਆਰਡੀਨੈਂਸ ਲਾਗੂ ਹੋਇਆ ਨਾ, 1 ਹਫ਼ਤੇ ਦੇ ਵਿੱਚ ਮਿਲੀ। ਬਿਲਕੁਲ। ਐਕਟ ਬੜਾ ਹੀ ਮਾੜਾ ਏ, ਮੋਦੀ ਇਹਦਾ ਘਾੜਾ ਏ, ਜੱਟਾਂ ਨੂੰ ਇਹ ਖਾ ਗਿਆ। ਆਰਡੀਨੈਂਸ ਇਹ ਕਿੱਧਰੋਂ ਆ ਗਿਆ। ਮੋਦੀ ਦੇ ਰੰਗ ਵੱਲੇ ਨੇ, ਵਾਰੰਟ ਨਵੇਂ ਹੀ ਕੱਲੇ ਨੇ। ਇਹ ਮੈਂ ਵਾਰੰਟ ਕਿਹਾ ਨਹੀਂ। ਬਿਲਕੁਲ। ਆਰਡੀਨੈਂਸ ਇਜ਼ ਜਸਟ ਵਾਰੰਟ। ਬਿਲਕੁਲ। ਇੱਕਦਮ ਜਿਹੜਾ ਮੋਦੀ ਦੇ ਰੰਗ ਵੱਲੇ ਨੇ, ਵਾਰੰਟ ਨਵੇਂ ਹੀ ਕੱਲੇ ਨੇ, ਲਾਂਬੂ ਹੋਰ ਹੀ ਲਾ ਗਿਆ। ਆਰਡੀਨੈਂਸ ਇਹ ਕਿੱਧਰੋਂ ਆ ਗਿਆ। ਬਸ ਆਹ 2 ਪਹਿਰੇ ਹੋ ਰਿਹਾ। ਚਟਾਨੀ ਮਾੜਾ ਕਾਰਾ ਏ। ਚਟਾਨੀ ਮਾੜਾ ਕਾਰਾ ਏ, ਜੱਟ ਤੇ ਪੈਣਾ ਭਾਰਾ ਏ। ਚਟਾਨੀ ਮਾੜਾ ਕਾਰਾ ਏ, ਜੱਟ ਤੇ ਪੈਣਾ ਭਾਰਾ ਏ। ਕਿਸਾਨ ਯਾਰੋ ਇਕੱਠੇ ਹੋਏ, ਕਿਸਾਨ ਮੋਦੀ ਤੇ ਛਾ ਗਿਆ। ਜਦੋਂ ਧਰਨੇ ਲੱਗ ਰਹੇ ਦਿੱਲੀ, ਇਹ ਕਿਸਾਨ ਹਾਵੀ ਹੋ ਰਹੇ। ਕਿਸਾਨ ਯਾਰੋ ਹੋ ਕੇ ਇਕੱਠੇ, ਕਿਸਾਨ ਮੋਦੀ ਤੇ ਛਾ ਗਿਆ। ਆਰਡੀਨੈਂਸ ਇਹ ਕਿੱਧਰੋਂ ਆ ਗਿਆ, ਸੁੱਤੀ ਪਈ ਅਲਖ ਜਗਾ ਗਿਆ। ਆਰਡੀਨੈਂਸ ਆਰਡੀਨੈਂਸ ਮੇਰੇ ਸਵਾਲ ਦਾ ਜਵਾਬ ਤੁਸੀਂ ਇਸ ਕਵਿਤਾ ਰਾਹੀਂ ਦਿੱਤਾ। ਹਾਂਜੀ, ਸਾਰੇ ਇਹਦੇ ਚ ਹੀ ਹੈ, ਆਰਡੀਨੈਂਸ ਦੀਆਂ। ਬਾਈ ਤੁਹਾਡੀ ਲਿਖਣੀ ਤਾਂ ਬਾ ਕਮਾਲ ਹੈ ਚਟਾਨੀ ਸਾਹਿਬ। ਹੁਣ ਤੁਸੀਂ ਨਿਊਜ਼ ਪੰਜਾਬ ਦੇ ਦਰਸ਼ਕ ਜੋ ਸਾਡਾ ਚੈਨਲ ਦੇਖ ਰਹੇ ਆ, ਉਹਨਾਂ ਨੂੰ ਤੇ ਜਿਹੜੇ ਹੁਣ ਦੇ ਗੀਤਕਾਰ ਆ ਜਾਂ ਸਾਹਿਤਕਾਰ ਆ, ਉਹਨਾਂ ਨੂੰ ਕੀ ਸੰਦੇਸ਼ ਦੇਣਾ? ਹਾਂ, ਸੰਦੇਸ਼ ਬਾਰੇ ਤੇ ਮੈਂ ਦੱਸਦਾ ਕਿ ਵੀ ਤੁਸੀਂ ਜਿਹੜੇ ਅੱਜ ਦੇ ਟੌਪਿਕ ਹੈ ਨਾ, ਜਿਹੜੇ ਬਰਨਿੰਗ ਟੌਪਿਕ ਜਿਹੜੇ ਵਿਸ਼ੇ ਚੱਲ ਰਹੇ ਆ, ਉਹਨਾਂ ਤੇ ਲਿਖੋ। ਜੋ ਮੈਂ ਲਿਖ ਲਿਆ ਤੁਸੀਂ ਜਾਂ ਇਹ ਤੋਂ ਪਹਿਲਾਂ ਹੀ ਮੈਂ ਦਰਦ ਕਿਸਾਨੀ ਦਾ ਲਿਖ ਰਿਹਾ। ਆਰਡੀਨੈਂਸ ਤੋਂ ਪਹਿਲਾਂ ਹੀ ਲਿਖਤੀ ਸੀ। ਤੇ ਫਿਰ ਮੈਂ ਬੱਚਿਆਂ ਬਾਰੇ ਵੀ ਲਿਖਤੀ। ਤੇ ਮੈਂ ਲਿਖਣਾ ਹੈ ਕਿ ਅਸ਼ਲੀਲਤਾ ਤੋਂ ਦੂਰ ਰਹਿ ਕੇ ਔਰ ਫੋਕੀ ਹੱਲਾਸ਼ੇਰੀ ਜਿਹਨੂੰ ਕਹਿੰਦੇ, ਫੋਕੀ, ਇਹ ਇਸ ਨੂੰ ਛੱਡ ਦਿਓ। ਹਾਂਜੀ ਹਾਂਜੀ, ਮੈਂ ਦੇਖਿਆ ਹੈ ਤਾਂ ਸ਼ਤਾਬਦੀ ਬਹੁਤ ਦੇਰ ਨਾਲ ਹੁੰਦੀ ਹੈ। ਸਕੂਨ ਲਈ ਲਿਖੋ। ਹਾਂ, ਯੈਸ, ਸਕੂਨ ਜਾਂ ਹੌਬੀ ਸ਼ੁਗਰ ਲੋਕਾਂ ਨੂੰ। ਮੈਂ ਦੇਖਿਆਗਾ ਨਾ, ਇੱਕ ਅੱਧੀ ਜਿਹੜੀ ਕੱਚ ਘਰੜ ਜੀ ਲਿਖੀ ਹੈ ਤੇ ਉਹ ਆਪਦੇ ਆਪ ਨੂੰ ਸਹਿਤ ਕਰ ਗਈ ਹੈ। ਬਿਲਕੁਲ ਜੀ। ਸੁਭਾਵਾਂ ਦੇ ਵਿੱਚ ਐਡਾ ਮਾੜਾ ਹਾਲ ਹੈ, ਪਾਠਕ ਜ਼ਿਆਦਾ ਤੇ ਰਾਈਟਰ ਘੱਟ ਹੈ। ਔਰ ਨੰਬਰ 2, ਇੱਕ ਮੈਂ ਤੁਹਾਨੂੰ ਨਵੀਂ ਗੱਲ ਦੱਸਣਾ ਚਾਹੁੰਦਾ। ਬਿਲਕੁਲ। ਇਹ ਲਿਖਾਰੀ ਸਭਾ ਤੇ ਸਹਿਤ ਸਭਾਵਾਂ ਵਾਸਤੇ ਵੀ ਇੱਕ ਐਡਵਾਈਸ ਹੈ, ਸਿੱਖਿਆ। ਬਿਲਕੁਲ ਕਿ ਚੋਣ ਜਦੋਂ ਕਰੋ ਨਾ ਤੁਸੀਂ, ਹਾਂਜੀ, ਚੋਣ ਜਿਹੜੀ ਡਿਜ਼ਰਵਿੰਗ ਬੰਦਾ, ਜਿਹੜਾ ਯੋਗ ਬੰਦਾ, ਜਿਹਦਾ ਕੋਈ ਯੋਗਦਾਨ ਹੈ, ਤਜਰਬਾ ਹੈਗਾ, ਉਹਦੀਆਂ ਕਿਤਾਬਾਂ ਅਖਬਾਰਾਂ ਚ ਆਉਂਦਾ। ਕਿਤਾਬ ਘੱਟ ਤੋਂ ਘੱਟ 1-2 ਕਿਤਾਬਾਂ ਲਿਖੀਆਂ ਹੋਣ। ਮੈਂ ਤੁਸੀਂ ਦੇਖ ਲਓ, ਮੈਂ ਕਈ ਸਭਾਵਾਂ ਨਾਲ ਜੁੜਿਆ। ਮੈਂ 10 ਸਭਾਵਾਂ ਦਾ ਐਡਵੋਕੇਟ ਡਿਸਟ੍ਰਿਕਟ ਦਾ, ਉਹਨਾਂ ਨਾਲ ਮੈਂ ਕੋਈ ਨਾ ਕੋਈ ਅਹੁਦੇ ਦਾ। ਬਾਕੀ ਮੈਂ ਕੋਈ ਨਹੀਂ ਛੱਡੀ ਸਭਾ, ਭਾਵੇਂ ਹਰਿਆਣੇ ਚ ਹੋਵੇ ਜੋ ਫੰਕਸ਼ਨ ਚ ਬੁਲਾਉਂਦੇ। ਪੰਜਾਬ ਦੇ ਤਾਂ ਮੈਂ ਲੁਧਿਆਣਾ ਕੀ, ਚੰਡੀਗੜ੍ਹ ਕੀ, ਬਰਨਾਲਾ, ਬਹੁਤ ਹੀ ਮੈਂ ਜਦੋਂ ਵੀ ਮੈਨੂੰ ਫੰਕਸ਼ਨ ਤੇ ਬੁਲਾਉਂਦੇ ਆ, ਸੱਦਾ ਆਉਂਦਾ ਤੇ ਅਖਬਾਰ 'ਚ ਕੋਈ ਆਉਂਦਾ ਤੇ ਉਹ ਉੱਥੇ ਜਾ ਕੇ ਮੈਂ ਦੇਖਦਾ ਨਾ ਕਿ ਮੈਂ ਇੱਕ ਬਹੁਤ ਹੀ ਸੀਰੀਅਸ ਗੱਲ ਕਰਦਾ ਤੁਹਾਨੂੰ। ਕਿ ਜਦੋਂ ਤੁਹਾਡੀ ਕਿਸੇ ਵੀ ਨਾ, ਮੈਂ ਸਹਿਤ ਸਭਾ 'ਚ ਨਹੀਂ ਕਹਿੰਦਾ, ਮੈਂ ਤੁਹਾਡੀ ਖਿਡਾਰੀਆਂ 'ਚ ਵੀ ਕਹਿੰਦਾ, ਮੈਂ ਤੁਹਾਡੀਆਂ ਹੋਰ ਐਸੋਸੀਏਸ਼ਨ 'ਚ, ਭਾਵੇਂ ਟੀਚਰ ਐਸੋਸੀਏਸ਼ਨ ਜਾਂ ਭਾਵੇਂ ਯੂਨੀਅਨ ਹੈ, ਬਿਲਕੁਲ, ਉੱਥੇ ਜਦੋਂ ਬੰਦੇ ਗਲਤ ਜਿਹੜੇ ਆ ਜਾਂਦੇ ਆ, ਡਿਜ਼ਰਵ ਨਹੀਂ ਕਰਦੇ, ਕੱਚੇ ਪਿੱਲੇ ਲਿਖਿਆ ਹੁੰਦਾ ਤੇ ਬਾਕੀ ਇਗਨੋਰ ਕਰ ਦਿੰਦੇ ਆ। ਸਿਆਸਤ ਚੱਲ ਰਹੀ ਹੈ। ਮੈਂ ਇਹ ਚਾਹਣਾ ਕਿ ਘੱਟ ਤੋਂ ਘੱਟ ਸਾਡੇ, ਅਸੀਂ ਵਿਦਵਾਨ ਕਹਿੰਦੇ ਹੁਣ ਆਪਦੇ ਆਪ, ਇਹਨਾਂ 'ਚ ਨਹੀਂ ਸਿਆਸਤ ਚਾਹੀਦੀ। ਇਹਨਾਂ ਦੇ ਵਿੱਚ ਬਿਲਕੁਲ ਰੋਲ ਮੈਰਿਟ ਦੇ ਆਧਾਰ ਤੇ, ਮੈਂ ਸਾਰਿਆਂ ਨੂੰ ਕਹਿੰਦਾ, ਨਾਟ ਓਨਲੀ ਸਹਿਤ ਦੇ ਨਾਲ ਨਹੀਂ, ਮੈਂ ਭਾਵੇਂ ਕਹਿੰਦਾ, ਭਾਵੇਂ ਉਹ ਕਲੱਬ ਹੈ ਕੋਈ, ਭਾਵੇਂ ਸਪੋਰਟਸ ਕਲੱਬ ਹੈ, ਭਾਵੇਂ ਤੁਹਾਡਾ ਪ੍ਰੈਸ ਰਿਪੋਰਟਰ ਦੀ ਯੂਨੀਅਨ ਹੈ, ਬਿਲਕੁਲ ਜੀ, ਹਾਂ, ਮੈਂ ਇਸ ਗੱਲ ਨੂੰ ਰਿਜੈਕਟ ਕਰਦਾ। ਔਰ ਇਹ ਬਹੁਤ ਵੱਡਾ ਦੁਖਾਂਤ ਹੈ ਕਿ ਜਦੋਂ ਜਿਹੜੇ ਡਿਜ਼ਰਵਿੰਗ ਬੰਦੇ, ਕੈਪੇਬਲ, ਯੋਗ ਬੰਦੇ ਪਾਸੇ ਸੁੱਟੇ ਜਾਂਦੇ ਤੇ ਆਪਣੇ ਚਮਚਾਗਰੀ। ਇਹ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਸਭ ਤੋਂ ਵੱਡਾ। ਦੋਸਤੋ,
ਇਹ ਸਨ ਸਾਡੇ ਨਾਲ ਬਹੁਤ ਹੀ ਉੱਘੇ ਸਾਹਿਤਕਾਰ ਕਹਿ ਲੋ, ਕਵੀਕਾਰ ਕਹਿ ਲੋ, ਗਜ਼ਲਕਾਰ ਕਹਿ ਲੋ, ਕਹਾਣੀਕਾਰ ਕਹਿ ਲੋ। ਬਹੁਤ ਹੀ ਵੱਡਾ ਨਾਮ ਹੈ ਅਸ਼ੋਕ ਚਟਾਨੀ ਸਾਹਿਬ, ਜਿਨ੍ਹਾਂ ਨਾਲ ਗੱਲ ਕਰਕੇ ਬੜਾ ਹੀ ਵਧੀਆ ਲੱਗਿਆ। ਜ਼ਿੰਦਗੀ ਦੇ ਤਜਰਬਿਆਂ ਬਾਰੇ ਦੱਸਿਆ, ਆਪਣੀਆਂ ਕਿਤਾਬਾਂ ਬਾਰੇ ਦੱਸਿਆ। ਬਹੁਤ ਹੀ ਵੱਡੀ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਇਆ। ਤੁਹਾਨੂੰ ਸਾਡੀ ਅੱਜ ਦੀ ਮੁਲਾਕਾਤ ਕਿਸ ਤਰ੍ਹਾਂ ਲੱਗੀ, ਲਾਇਕ, ਕਮੈਂਟ, ਸ਼ੇਅਰ ਕਰਕੇ ਜਰੂਰ ਦੱਸਿਓ। ਕੈਮਰਾਮੈਨ ਜਗਸੀਰ ਸਿੰਘ ਪੱਤੋ ਦੇ ਨਾਲ ਕੀਤਾ ਬਰਾੜ ਬਾਰੇਵਾਲਾ, ਨਿਊਜ਼ ਪੰਜਾਬ ਦੀ ਮੋਗਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਸਟਾਰ ਪਲੱਸ ਦੇ ਸ਼ੋਅ ਸਬਕੀ ਲਾਡਲੀ ਬੇਬੋ ਦੀ ਪ੍ਰਭਜੋਤ। ਅੱਜ ਮੈਂ ਤੁਹਾਡੇ ਨਾਲ ਇੱਕ ਖਬਰ ਸ਼ੇਅਰ ਕਰਨ ਆਈ ਹਾਂ। ਗਾइस, ਇੱਕ ਨਿਊਜ਼ ਚੈਨਲ ਹੈ, YouTube ਨਿਊਜ਼ ਚੈਨਲ, ਜਿਹਦਾ ਨਾਮ ਹੈ ਨਿਊਜ਼ ਪੰਜਾਬੀ। ਬਹੁਤ ਵਧੀਆ ਚੈਨਲ ਹੈ, ਬਹੁਤ ਵਧੀਆ ਨਿਊਜ਼ ਦਿਖਾਉਂਦਾ ਹੈ। ਪਲੀਜ਼ ਤੁਸੀਂ ਉਹਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ, ਤਾਂ ਕਿ ਪਲ ਪਲ ਦੀ ਤਾਜ਼ਾ ਖਬਰ